ਪੜ੍ਹਿਐ ਨਾਹੀ ਭੇਦ ਬੁਝੈ ਪਾਵਣਾ। ਵੇਦ ਕਹੈ ਬਖਿਆਨ ਅੰਤ ਨਾ ਪਾਵਣਾ। ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਗੁਰਮੁਖ ਸੁਖ ਫਲ ਪਾਏ ਸਹਿਜ ਸਮਾਵਣਾ। ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ੍ਹ ਤੋੜਿਆ। ਸੋ ਸਤਿਗੁਰ ਵਾਹ ਵਾਹ ਜਿਨ ਹਰਿ ਸਿਉ ਜੋੜਿਆ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਸਾਵਰ ਸਿਦਕ ਸ਼ਹੀਦ ਭਰਮ ਪਉ ਖੋਵਣਾ। ਸੇਵਕ ਹੋਏ ਸੰਜੀਦ ਨਾ ਹਸਣ ਰੋਵਣਾ। ਬ੍ਰਹਮਾ ਵਿਸ਼ਨ ਮਹੇਸ਼ ਅੰਤ ਨਾ ਜਾਣਿਆ। ਸਿਮਰ ਸਹਿਸ ਫਣ ਸ਼ੇਸ਼ ਤਿਲ ਨਾ ਪਛਾਣਿਆ। ਸ਼ਬਦ ਸੁਰਤ ਉਪਦੇਸ਼ ਸੱਚ ਸਮਾਣਿਆ। ਸਾਧ ਸੰਗਤ ਸੱਚ ਦੇਸ਼ ਘਰ ਪਰਵਾਣਿਆ। 20-21 ਲੰਘਾਏ ਨਿਜ ਘਰ ਜਾਵਣਾ। ਗੁਰਮੁਖ ਸੁਖ ਫਲ ਪਾਏ ਸਹਿਜ ਸਮਾਵਣਾ। ਫਰੀਦਾ ਰੱਤੀ ਰਤ ਨਾ ਨਿਕਲੈ। ਜੇ ਤਨ ਚੀਰੈ ਕੋਏ। ਜੋ ਤਨ ਰਤੇ ਰੱਬ ਸਿਉ ਤਿਨ ਤਨ ਰਤ ਨਾ ਹੋਏ। ਗੁਰੂਆਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਪਤਵੰਤੇ ਸਤਵੰਤੇ ਸੱਜਣੋ, ਆਪ ਜੀ ਦੇ ਚਰਨਾਂ 'ਚ ਨਮਸਕਾਰ। ਗੁਰਾਂ ਦੁਆਰਾ ਬਖਸ਼ੀ ਹੋਈ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਫਰੀਦ ਜੀ ਦੀ ਵਿਚਾਰ ਸ਼ਲੋਕਾਂ ਦੀ ਅੱਗੇ ਚਲਾਈਏ। ਫਰੀਦਾ ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਇ। ਜੇ ਕੋਈ ਸੰਤਾਂ ਦੇ ਸਰੀਰ ਨੂੰ ਚੀਰੈ, ਬਾਬਾ ਜੀ ਫਰਮਾ ਰਹੇ ਵੀ ਇੱਕ ਰੱਤੀ ਜਿੰਨੀ ਰੱਤ ਨਹੀਂ ਨਿਕਲਦੀ, ਲਹੂ ਨਹੀਂ ਨਿਕਲਦਾ ਵਿੱਚੋਂ। ਜੋ ਤਨ ਰੱਤੇ ਰੱਬ ਸਿਉ ਤਿਨ ਤਨ ਰਤ ਨਾ ਹੋਏ। ਜਿਹੜੇ ਰੱਬ ਦੇ ਨਾਲ ਰੱਤੇ ਜਾਂਦੇ ਆ, ਰੰਗੇ ਜਾਂਦੇ ਆ, ਉਹਨਾਂ ਦੇ ਸਰੀਰ ਦੇ ਵਿੱਚ ਭੋਰਾ ਵੀ ਖੂਨ ਨਹੀਂ ਹੁੰਦਾ। ਹੁਣ ਇਸ ਚੀਜ਼ ਤੋਂ ਟਪਲਾ ਲੱਗਣ ਦਾ ਅੰਦੇਸ਼ਾ ਹੈ ਬਈ ਸੰਤਾਂ ਵੀ ਸ਼ਾਇਦ ਖੂਨੇ ਨਹੀਂ ਹੁੰਦਾ ਹੈ। ਨਹੀਂ ਨਹੀਂ, ਐਸੀ ਗੱਲ ਨਹੀਂ ਹੈ। ਇਸੇ ਚੀਜ਼ ਨੂੰ ਕਰੈਕਟ ਕਰਿਆ ਅੱਗੇ ਮਹੱਲਾ ਤੀਜਾ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਨੇ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਕਹਿੰਦੇ ਭਾਈ ਇਹ ਤਾਂ ਸਾਰਾ ਹੀ ਸਰੀਰ ਰਤ ਦਾ ਹੀ ਬਣਿਆ ਹੋਇਆ, ਖੂਨ ਦਾ ਹੀ ਬਣਿਆ ਵਾ। ਖੂਨ ਬਿਨਾਂ ਸਰੀਰ ਹੋ ਹੀ ਨਹੀਂ ਸਕਦਾ। ਜੋ ਸਹਿ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ। ਜਿਹੜੇ ਆਪਣੇ ਸਾਈਂ ਨਾਲ ਰੰਗੇ ਜਾਂਦੇ ਆ, ਉਹਨਾਂ ਦੇ ਅੰਦਰ ਲੋਭ ਦੀ ਰਤ ਨਹੀਂ ਹੁੰਦੀ, ਲੋਭ ਦਾ ਖੂਨ ਨਹੀਂ ਹੁੰਦਾ। ਦੇਖੋ ਬਾਬਾ ਫਰੀਦ ਜੀ ਨੇ ਗੱਲ ਲੁਕੋ ਕੇ ਕਹਿ ਦਿੱਤੀ ਆ, ਉਹ ਗੁਰੂ ਸਾਹਿਬ ਨੇ ਪ੍ਰਗਟ ਕਰ ਦਿੱਤੀ ਵੀ ਕਿਹੜੀ ਰਤ ਨਹੀਂ ਹੁੰਦੀ, ਲੋਭ ਵਾਲੀ ਰਤ। ਬਾਬਾ ਫਰੀਦ ਜੀ ਔਰ ਵੈਸੇ ਵੀ ਗੁਰਬਾਣੀ ਦੇ ਵਿੱਚ ਬਹੁਤ ਕੁਛ ਇਸ ਤਰ੍ਹਾਂ ਹੈ ਜਿਹੜਾ ਬੁੱਝਣ ਵਾਲੀ ਗੱਲ ਹੁੰਦੀ ਹੈ, ਲੁਕੋ ਕੇ ਰੱਖੀ ਵੀ ਹੁੰਦੀ ਹੈ। ਉਹ ਸਮਝਣੀ ਪੈਂਦੀ ਹੈ, ਬੁੱਝਣੀ ਪੈਂਦੀ ਹੁੰਦੀ। ਬਹੁਤ ਜਗ੍ਹਾ ਗੁਰੂ ਸਾਹਿਬ ਨੇ ਵੀ ਐਸਾ ਕਰਿਆ। ਭੈ ਪੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾ। ਜਦੋਂ ਕਿਸੇ ਦੇ ਅੰਦਰ ਨਿਰਮਲ ਭਾਉ ਪੈਂਦਾ ਹੈ, ਦੁਨਿਆਵੀ ਭੈ ਦੀ ਗੱਲ ਨਹੀਂ ਹੈ ਉਰੇ, ਉਹ ਨਿਰਮਲ ਭਾਉ ਜਿਹਨੂੰ ਉਹ ਪਾਉਂਦਾ ਹੈ ਹਰ ਵਕਤ, ਉਹਦੇ ਅੰਦਰ ਫਿਰ ਉਹਦਾ ਡਰ ਰਹਿੰਦਾ ਵੀ ਤੂੰ ਮੈਨੂੰ ਦੇਖ ਰਿਹਾ ਅੰਦਰੋਂ। ਉਹਦਾ ਜਿਹੜਾ ਤਨ ਹੈ ਉਹ ਖੀਣ ਹੁੰਦਾ ਔਰ ਲੋਭ ਰਤ ਅੰਦਰ ਤੇ ਚਲੀ ਜਾਂਦੀ ਹੈ ਵਿੱਚੋਂ। ਜਿਉਂ ਬਸੰਤਰ ਧਾਤ ਸੁੱਧ ਹੋਏ ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਜਿਵੇਂ ਅਗਨੀ ਦੇ ਵਿੱਚ ਧਾਤ ਸੋਨਾ ਵਗੈਰਾ ਸ਼ੁੱਧ ਹੋ ਜਾਂਦੇ ਆ ਗਰਮ ਹੋ ਕੇ, ਐਸੇ ਤਰੀਕੇ ਨਾਲ ਜਿਹੜਾ ਹਰੀ ਦਾ ਭੈ ਹੈ, ਨਿਰਮਲ ਭਾਉ, ਉਹ ਸਾਡੀ ਦੁਰਮਤ ਮੈਲ ਨੂੰ ਖੋ ਦਿੰਦਾ ਹੈ, ਸਹੀ ਕਰ ਦਿੰਦਾ ਮਨ ਨੂੰ। ਨਿਰਮਲ ਭਾਉ ਦਾ ਪੈਣਾ ਬਖਸ਼ਿਸ਼ ਹੈ। ਆਪਣੇ ਆਪ ਤੇ ਨਹੀਂ ਕਿਸੇ ਦੇ ਅੰਦਰ ਨਿਰਮਲ ਭੈ ਪੈ ਸਕਦਾ। ਭਾਵੇਂ ਬਾਣੀ ਵੀ ਪੜ੍ਹੀ ਜਾਵੇ, ਸੰਗਤਾਂ ਵੀ ਕਰੀ ਜਾਵੇ, ਨਿਰਮਲ ਭਾਉ ਤਾਂ ਕੇਵਲ ਔਰ ਕੇਵਲ ਬਖਸ਼ਿਸ਼ ਹੈ ਗੁਰੂ ਦੀ, ਗੁਰਬਾਣੀ ਦੀ, ਜੇ ਕਿਸੇ ਦੇ ਅੰਦਰ ਪੈ ਜੇ।
ਔਰ ਸ੍ਰੇਸ਼ਟ ਹੈ ਇਹ। ਰੱਬ ਦੇ ਨਾਲ ਮਿਲਾਪ ਤੋਂ ਪਹਿਲੀ ਅਵਸਥਾ ਹੈ ਭੈ ਦਾ ਪੈਣਾ, ਔਰ ਗੁਰੂ ਭੇਂਟ ਤੋਂ ਬਾਅਦ ਹੁੰਦੀ ਹੈ ਇਹ, ਪਹਿਲਾਂ ਨਹੀਂ ਪੈਂਦਾ ਕਦੇ ਵੀ। ਨਾਨਕ ਤੇ ਜਨ ਸੋਹਣੇ ਜੇ ਰੱਤੇ ਹਰ ਰੰਗ ਲਾਏ। ਬਾਬਾ ਫਰੀਦ ਜੀ ਦੀ ਪ੍ਰਥਾਏ ਗੁਰੂ ਅਮਰਦਾਸ ਜੀ ਫਰਮਾਉਂਦੇ ਬਈ ਉਹ ਜਨ ਸੋਹਣੇ ਹੈ ਜਿਹੜੇ ਹਰੀ ਦੇ ਰੰਗ 'ਚ ਰੰਗੇ ਜਾਂਦੇ। ਦੂਜੇ ਲਿਸਕੇ ਪੁਸਕਿਆਂ ਦੀ ਕੋਈ ਕੀਮਤ ਨਹੀਂ ਹੈ ਦਰਗਾਹ ਦੇ ਵਿੱਚ। ਫਰੀਦਾ ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੀ ਵਤ। ਕੋਈ ਐਸਾ ਸਰੋਵਰ ਢੂੰਡ ਲਓ ਜਿੱਥੋਂ ਕੋਈ ਵਸਤੂ ਅੰਦਰੋਂ ਪ੍ਰਾਪਤ ਹੋਵੇ ਵਿੱਚੋਂ। ਛੱਪੜ ਢੂੰਡੈ ਕਿਆ ਹੋਵੇ ਚਿੱਕੜ ਡੁੱਬੈ ਹੱਥ। ਜੇ ਕਿਸੇ ਛੱਪੜ ਨੂੰ ਢੂੰਡੂਗੇ, ਛੱਪੜ ਵਿੱਚੋਂ ਕਿਆ ਨਿਕਲਣਾ, ਚਿੱਕੜ ਹੱਥ 'ਚ ਆਊਗਾ। ਇਹ ਬਾਤ ਪੂਰੇ ਸੰਤਾਂ ਦੀ ਕਰੀ ਹੋਈ ਹੈ ਬਾਬਾ ਫਰੀਦ ਜੀ ਨੇ। ਜਿਹੜਾ ਪੂਰਾ ਹੋਵੇ, ਨਾਮ ਨਾਲ ਜੁੜਿਆ ਵਾ ਹੋਵੇ, ਜਿਹਦੇ ਉੱਪਰ ਕਿਰਪਾ ਹੋ ਗਈ ਹੋਵੇ ਪਰਮਾਤਮਾ ਦੀ, ਨਿਰਮਲ ਭਾਉ ਪੈ ਚੁੱਕਿਆ ਹੋਵੇ, ਉਹ ਇਹੋ ਜਿਹਾ ਕੋਈ ਸੰਤ ਢੋਲ ਲਓ ਭਾਈ, ਉਹੋ ਜਿਹਾ ਉਹ ਸਰੋਵਰ ਹੁੰਦਾ ਜਿਹੜਾ ਸੰਤ ਹੈ। ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ। ਅਜਿਹੇ ਤੀਰਥ ਨੂੰ, ਸਰੋਵਰ ਨੂੰ ਢੂੰਡ ਲਓ ਜਿੱਥੋਂ ਕੁਛ ਵਸਤੂ ਪ੍ਰਾਪਤ ਹੋ ਜੂਗੀ। ਨਹੀਂ ਤਾਂ ਜੇ ਕੱਚਿਆਂ ਦੇ ਨਾਲ ਜੁੜਾਂਗੇ ਫਿਰ ਆਪ ਵੀ, ਉਹਨਾਂ ਨੇ ਵੀ ਡੁੱਬਣਾ, ਸਾਨੂੰ ਵੀ ਨਾਲੇ ਡੁਬੋ ਦੇਣਾ ਉਹਨਾਂ ਨੇ। ਤੋ ਛੱਪੜ ਵਿੱਚੋਂ ਤਾਂ ਚਿੱਕੜੇ ਹੱਥ 'ਚ ਆਉਣਾ ਹੈ, ਕੋਈ ਹੀਰਾ ਮੋਤੀ ਤਾਂ ਆ ਨਹੀਂ ਸਕਦਾ। ਸਰੋਵਰ 'ਚੋਂ, ਸਮੁੰਦਰ 'ਚੋਂ, ਦਰਿਆ 'ਚੋਂ ਮਿਲ ਸਕਦਾ। ਫਰੀਦਾ ਨੰਢੀ ਕੰਤ ਨਾ ਰਾਵਿਓ ਵੱਡੀ ਥੀ ਮੋਈ ਆਸ। ਜਦੋਂ ਯੰਗ ਸੀ, ਯਾਨੀ ਨੌਜਵਾਨ ਸੀਗੀ, ਉਦੋਂ ਪਤੀ ਨੂੰ ਪਿਆਰ ਨਹੀਂ ਕਰਿਆ, ਵੱਡੀ ਹੋ ਕੇ ਮਰ ਗਈ। ਧੰਨ ਕੁਕੇਂਦੀ ਗੌਰ ਮੇ ਤੈਂ ਸਹਿ ਨਾ ਮਿਲਿਆਸ। ਹੁਣ ਗੌਰ ਵਿੱਚ ਕਬਰ 'ਚ ਜਾ ਪਈ, ਉੱਥੇ ਹੁਣ ਰੌਲਾ ਪਾਉਂਦੀ, ਕੂਕਦੀ ਹੈ ਵੀ ਮੈਨੂੰ ਪਤੀ ਨਹੀਂ ਮਿਲਿਆ। ਮਿਲਣਾ ਕਿੱਥੇ ਸੀ ਜਦ ਜਵਾਨੀ ਦਾ ਟਾਈਮ ਗਵਾ ਲਿਆ। ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ। ਬਾਬਾ ਫਰੀਦ ਜੀ ਕਹਿ ਰਹੇ ਹੈ ਵੀ ਸਿਰ ਵੀ ਪਲ ਗਿਆ, ਦਾੜੀ ਵੀ ਪਲ ਗਈ, ਯਾਨੀ ਪੁੱਗ ਗਏ, ਭੂਰ ਹੋ ਗਏ, ਦਾੜੀ ਭੂਰੀ ਹੋ ਗਈ, ਮੁੱਛਾਂ ਵੀ ਭੂਰੀਆਂ ਹੋ ਗਈਆਂ। ਰੇ ਮਨ ਗਹਿਲੇ ਬਾਬਲੇ ਮਾਣੇ ਕਿਆ ਰਲੀਆਂ। ਉਹ ਗਾਫਲ ਮਨਾ, ਅਜਾ ਵੀ ਤੂੰ ਰੰਗ ਰਲੀਆਂ ਮਨਾ ਰਿਹਾ। ਬੁਢਾਪਾ ਆ ਗਿਆ, ਤੇਰਾ ਅੰਤ ਆਉਣ ਵਾਲਾ ਹੈ। ਹੁਣ ਤਾਂ ਉਹਨੂੰ ਕਮ ਸੇ ਕਮ ਯਾਦ ਕਰ ਲੈ। ਤੇਰੀ ਉਮਰ ਦੇ ਕਾਰਨ ਤੇਰੇ ਸਿਰ ਦਾ ਜਿਹੜਾ ਫੇਸ ਹੈ ਉਹਦਾ ਵੀ ਰੰਗ ਪੀਲਾ ਹੋ ਗਿਆ, ਉਹ ਵੀ ਪਲ ਗਿਆ। ਦਾੜੀ ਮੁੱਛਾਂ ਵੀ ਭੂਰੀਆਂ ਚਿੱਟੀਆਂ ਹੋ ਗਈਆਂ, ਹੁਣ ਤਾਂ ਉਹਨੂੰ ਯਾਦ ਕਰ ਲੈ। ਫਰੀਦਾ ਕੋਠੇ ਧੁੱਕਣ ਕੇਤੜਾ ਪਿਰ ਨਿੰਦੜੀ ਨਿਵਾਰ। ਕੋਠੇ ਦੇ ਉੱਤੇ ਕਿੰਨਾ ਕੁ ਦੂਰ ਥਾਈਂ ਭੱਜੂਗਾ ਬੰਦਾ। ਇੱਕ ਹੱਦ ਹੁੰਦੀ ਹੈ, 20-50 ਫੁੱਟ ਦਾ ਹੀ ਕੋਠਾ ਹੁੰਦਾ। ਪਰਮਾਤਮਾ ਵੱਲ ਅਸੀਂ ਸੁੱਤੇ ਪਏ ਹਾਂ, ਉਦੋਂ ਜਾਗੀਏ ਭਾਈ। ਕੋਠੇ ਦੇ ਉੱਤੇ ਜਿੰਨੀ ਕੁ ਦੌੜ ਹੈ ਉਨੀ ਕੁ ਅਸੀਂ ਕਰ ਰਹੇ ਹਾਂ। ਚਾਹੀਦਾ ਤਾਂ ਇਹ ਹੈ ਵੀ ਖੁੱਲ੍ਹੇ ਮੈਦਾਨ 'ਚ ਦੌੜ ਲਗਾਈ ਜਾਵੇ। ਤੋ ਪਰਮਾਤਮਾ ਵੱਲੋਂ ਉੱਠੀਏ, ਜਾਗੀਏ। ਜੋ ਦੇਹ ਲੱਦੇ ਗਾਣਵੇਂ ਗਏ ਬਿਲਾੜ ਬਿਲਾੜ। ਜਿਹੜੇ ਦਿਨ ਗਿਣਵੇਂ ਮਿਲੇ ਸੀਗੇ ਉਹ ਜਾ ਰਹੇ ਭੱਜੇ, ਔਰ ਲੰਘਦੇ 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 ਬੀਤ ਜਾਂਦੇ। ਅਸੀਂ ਸੁੱਤੇ ਰਹਿੰਦੇ, ਜਾਗਦੇ ਹੀ ਨਹੀਂ। ਅਖੀਰ ਨੂੰ ਮੌਤ ਦਾ ਡੰਡਾ ਸਿਰ ਪਰ ਆ ਪੈਂਦਾ। ਫਰੀਦਾ ਕੋਠੇ ਮੰਡਪ ਮਾੜੀਆਂ ਏਦ ਨਾ ਲਾਏ ਚਿੱਤ। ਬਾਬਾ ਫਰੀਦ ਜੀ ਫਰਮਾ ਰਹੇ ਹੈ ਬਈ ਕੋਠੇ ਮੰਡਪ ਮਾੜੀਆਂ ਮਹਿਲਾਂ ਦੇ ਨਾਲ ਚਿੱਤ ਨਾ ਲਾ। ਮਿੱਟੀ ਪਈ ਅਤੁੱਲਵੀਂ ਕੋਈ ਨਾ ਹੋਸੀ ਮਿੱਤ। ਅਖੀਰ ਨੂੰ ਤੇਰੇ ਉੱਪਰ ਬੇਵਜ੍ਹਾ ਮਣਾ ਮੂੰਹੀ ਮਿੱਟੀ ਨੇ ਉੱਪਰ ਆ ਪੈਣਾ। ਜਦ ਤੈਂ ਗੋਰਾਂ ਵਿੱਚ ਜਾਣਾ ਹੈ ਫਿਰ ਤੇਰਾ ਕੋਈ ਮਿੱਤਰ ਨਹੀਂ ਬਣਨਾ। ਹੁਣੇ ਮੌਕਾ ਹੈ, ਸਾਂਭ ਲੈ। ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਰ। ਸਾਈ ਜਾਏ ਸੰਭਾਲ ਜਿੱਥੇ ਹੀ ਤਾਂ ਵੰਝਣਾ। ਕਿਸੇ ਮੰਡਪਾਂ ਮਾਲ ਦੇ ਨਾਲ, ਵੈਲਥ ਦੇ ਨਾਲ ਚਿੱਤ ਨਾ ਲਾ। ਮੌਤ ਹੈ ਜਿਹੜੀ ਸਤਾਣੀ, ਜ਼ੋਰ ਵਾਲੀ, ਬਲਵਾਨ ਮੌਤ, ਜਿਹਨੇ ਛੱਡਣਾ ਨਹੀਂ ਕਿਸੇ ਨੂੰ ਵੀ, ਉਹਦੇ ਨਾਲ ਚਿੱਤ ਧਰ। ਉਹਨੂੰ ਯਾਦ ਰੱਖ ਹਰ ਵਕਤ। ਜਿਹਨੂੰ ਆਪਣੀ ਮੌਤ ਜਾਂ ਅੰਤ ਚੇਤੇ ਰਹਿੰਦਾ ਹੈ, ਬੇਅੰਤ ਉਸੇ ਨੂੰ ਚੇਤੇ ਆਉਂਦਾ। ਡਰਨਾ ਨਹੀਂ ਮੌਤ ਤੋਂ, ਲੇਕਿਨ ਯਾਦ ਹਰ ਵਕਤ ਰੱਖਣਾ। ਸਾਈ ਜਾਏ ਸੰਭਾਲ ਜਿੱਥੇ ਹੀ ਤਾਂ ਵੰਝਣਾ।
ਉਹ ਜਗ੍ਹਾ ਨੂੰ ਚੇਤੇ ਕਰ ਜਿੱਥੇ ਤੈਂ ਜਾਣਾ ਹੈ। ਕਿੱਥੇ ਜਾਣਾ ਹੈ? ਸਾਈਂ ਦੇ ਕੋਲ। ਜਾਏ ਸ਼ਬਦ ਫਾਰਸੀ ਦਾ ਹੈ, ਇਹਦਾ ਮਤਲਬ ਹੁੰਦਾ ਜਗ੍ਹਾ, ਇਹਦਾ ਬਹੁਵਚਨ ਹੁੰਦਾ ਜਾਈ। ਫਰੀਦਾ ਜਿਨੀ ਕੰਮੀ ਨਾਹੇ ਗੁਣ ਤੇ ਕਮੜੇ ਵਿਸਾਰ। ਜਿਨ੍ਹਾਂ ਕੰਮਾਂ 'ਚ ਕੋਈ ਗੁਣ ਨਹੀਂ ਹੈ ਉਹਨਾਂ ਨੂੰ ਛੱਡ ਦੇ, ਨਹੀਂ ਫਿਰ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਨਹੀਂ ਤੈਨੂੰ ਫਿਰ ਸਾਈਂ ਦੇ ਦਰਬਾਰ ਵਿੱਚ ਸ਼ਰਮਿੰਦਾ ਹੋਣਾ ਪੈਣਾ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ। ਉਹੀ ਬਾਤ ਹੈ, ਜਿਹਨਾਂ ਕੰਮਾਂ 'ਚ ਕੋਈ ਗੁਣ ਨਹੀਂ, ਕਾਲੇ ਲੇਖ ਹੈ, ਉਹਨਾਂ ਨੂੰ ਛੱਡ ਦੇ। ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾਂਤ। ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਪਰਮਾਤਮਾ ਦੀ ਚਾਕਰੀ ਕਰ, ਦਿਲ ਵਿੱਚੋਂ ਭ੍ਰਾਂਤੀ ਕੱਢ ਦੇ, ਭਰਮ ਕੱਢ ਦੇ। ਜਿੱਥੇ ਭਰਮ ਹੈ ਉੱਥੇ ਸਾਹਿਬ ਯਾਦ ਹੀ ਨਹੀਂ ਆਉਂਦਾ, ਕਦੇ ਵੀ ਨਾਮ ਟਿਕਦਾ ਨਹੀਂ ਉੱਥੇ। ਔਰ ਭਰਮ ਵੀ ਇੰਨੇ ਬਈ ਗ੍ਰੰਥਾਂ ਦੇ ਗ੍ਰੰਥ ਲਿਖੇ ਪਏ ਨਾ ਭਰਮਾਂ 'ਚ। ਕੱਲ ਪਰਸੋਂ ਵੀ ਆਪਾਂ ਜ਼ਿਕਰ ਕਰਿਆ ਸੀਗਾ, ਕੋਈ ਬਿੱਲੀ ਨੇ ਰਸਤਾ ਕੱਢਤਾ, ਭਰਮ ਪੈ ਗਿਆ। ਛਿੱਕ ਵੱਜ ਗਈ, ਅੱਗੇ ਕੰਮ ਨਹੀਂ ਬਣਨਾ, ਭਰਮ ਪੈ ਗਿਆ। ਕੋਈ ਨੰਬਰਦਾਰ ਮੂਹਰੇ ਮਿਲ ਗਿਆ, ਪੰਡਿਤ ਮੂਹਰੇ ਮਿਲ ਗਿਆ, ਬਾਹਮਣ, ਕੰਮ ਨਹੀਂ ਬਣਨਾ, ਭਰਮ ਬਣ ਗਿਆ। ਇਹਨਾਂ ਭਰਮਾਂ ਦੇ ਵਿੱਚ ਪੰਡਿਤ ਨੇ ਸਾਨੂੰ ਪਾਇਆ ਹੋਇਆ। ਇਹਨਾਂ ਭਰਮਾਂ 'ਚੋਂ ਜਿੰਨਾ ਚਿਰ ਬੰਦਾ ਬਾਹਰ ਨਹੀਂ ਆਉਂਦਾ, ਨਾਮ ਨਹੀਂ ਚੱਲ ਸਕਦਾ। ਸੋਮਵਾਰ ਬੁੱਧਵਾਰ ਦੀਆਂ ਵਿਚਾਰਾਂ, ਤਿਥੀਆਂ ਦੀਆਂ ਵਿਚਾਰਾਂ, ਔਰ ਦਿਸ਼ਾ ਸੂਲ, ਕਰਨ, ਭੱਦਰਾ ਭਰਮ, ਇਹ ਸਾਰੇ ਹੀ ਭ੍ਰਾਂਤੀਆਂ। ਇਹਨਾਂ 'ਚੋਂ ਬੰਦੇ ਨੂੰ ਬਾਹਰ ਨਿਕਲਣਾ ਪੈਣਾ। ਜਿੰਨਾ ਚਿਰ ਮਨ ਵਿੱਚ ਭਰਮ ਹੈ, ਨਾਮ ਨਹੀਂ ਆ ਸਕਦਾ। ਜੇ ਨਾਮ ਆ ਗਿਆ ਤਾਂ ਭਰਮ ਨੇ ਰਹਿਣਾ, ਕਿਸੇ ਨੇ ਨਹੀਂ। ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਦਰਵੇਸ਼ ਐਸੇ ਚਾਹੀਦੇ ਜਿਵੇਂ ਰੁੱਖ ਹੁੰਦੇ, ਰੁੱਖ ਗਰਮੀ ਸਰਦੀ ਸਭ ਕੁਝ ਝੱਲਦੇ, ਉਹਨਾਂ ਦੀ ਜੀਰਾਂਦ ਹੁੰਦੀ ਹੈ। ਦਰਵੇਸ਼ ਵੀ ਐਸਾ ਚਾਹੀਦਾ। ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ। ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਮੇਰੇ ਕੱਪੜੇ ਵੀ ਕਾਲੇ ਹੈ, ਵੇਸ ਕਾਲਾ ਹੈ, ਸੂਫ ਪਾਈ ਹੋਈ ਹੈ, ਮੈਂ ਗੁਨਾਹਾਂ ਨਾਲ ਭਰਿਆ ਪਿਆ, ਲੋਕ ਮੈਨੂੰ ਦਰਵੇਸ਼ ਕਹਿੰਦੇ। ਇਹ ਸਾਧ ਸੰਗਤ ਜੀ, ਉਹ ਲੋਕ ਸ਼ਬਦ ਦੇਖੋ, ਕੱਕੇ ਨੂੰ ਔਂਕੜ ਹੈ, ਕੱਕਾ ਹਾਹੇ ਨੂੰ ਦਲਾਈਆਂ, ਇਹ ਫਿਰ ਇੱਕ ਵਚਨ ਦੀ ਕਿਰਿਆ ਹੈ। ਇੱਥੇ ਲੋਕ ਸ਼ਬਦ ਜਿਹੜਾ ਉਹ ਇਕੱਠਵਾਚਕ ਨਾਮ ਹੈ, ਪੁਲਿੰਗ ਵੀ ਹੈ ਔਰ ਇਕੱਠਵਾਚਕ ਨਾਮ ਹੈ। ਵੈਸੇ ਤਾਂ ਲੋਕ ਬਹੁਤੇ ਹੁੰਦੇ, ਪਰ ਗੁਰਬਾਣੀ ਦੀ ਲਿਖਤ ਵਿੱਚ ਐਸਾ ਆਉਂਦਾ ਹੈ, ਜਿਹੜੇ ਇਕੱਠਵਾਚਕ ਨਾਉਨ ਹੁੰਦੇ ਆ ਉਹ ਇੱਕ ਵਚਨ 'ਚ ਕਹੇ ਜਾਂਦੇ। ਲੋਕ ਕਹੇ, ਲੋਕ ਕਹਿੰਦਾ ਹੈ, ਆਹ ਮਤਲਬ ਹੈ ਇਹਦਾ। ਲੋਕ ਕਹੇ ਹੈ ਨਹੀਂ ਹੈ, ਕਹੇ ਹੈ ਅਗਰ ਕਾ ਹਾਹਾ ਹਾਏ ਨੂੰ ਸਿਆਰੀ ਹੁੰਦੀ ਫਿਰ ਬਹੁਤੇ ਬਣਨੇ ਸੀ, ਫਿਰ ਔਂਕੜ ਨਹੀਂ ਸੀ ਆ ਸਕਦੀ ਕੱਕੇ ਦੇ ਹੇਠ। ਤੋ ਇਹ ਇੱਕ ਵਚਨ ਹੈ, ਕਿਰਿਆ ਵੀ ਇਹਦੀ ਇੱਕ ਵਚਨ। ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ। ਜਿਹੜੀ ਖੇਤੀ ਸੜ ਜਾਂਦੀ ਹੈ, ਉਹਨੂੰ ਭਾਵੇਂ ਜਲ ਵਿੱਚ ਟੁੱਬੀ ਵੀ ਦੇਈ ਜਾਓ, ਉਹ ਦੁਬਾਰਾ ਫਿਰ ਪੁੰਗਰਦੀ ਨਹੀਂ, ਖਤਮ ਹੋ ਜਾਂਦੀ। ਫਰੀਦਾ ਜੋ ਦੁਹਾਗਣ ਰੱਬ ਦੀ ਝੁਰੈਂਦੀ ਝੁਰੇ। ਜਿਹੜੀਆਂ ਰੱਬ ਤੋਂ ਵਿਛੜੀਆਂ ਹੋਈਆਂ, ਤਲਾਕੀਆਂ ਹੋਈਆਂ ਆਪਣੇ ਪਤੀ ਤੋਂ, ਉਹ ਹਮੇਸ਼ਾ ਝੂਰਦੀਆਂ। ਫਿਰ ਝੂਰਨਾ ਹੀ ਪੱਲੇ ਰਹਿ ਜਾਂਦਾ। ਝੂਰਤ ਝੂਰਤ ਸਾਕਤ ਮੁਆ। ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ। ਫਰੀਦਾ ਇਹੋ ਪਛੋਤਾਓ ਵੱਤ ਕੁਆਰੀ ਨਾ। ਬਾਬਾ ਫਰੀਦ ਜੀ ਦਾ ਕਥਨ ਹੈ ਵੀ ਜਦ ਕੁਆਰੀ ਸੀ ਉਦੋਂ ਚਾਅ ਹੁੰਦਾ ਸੀ ਵੀ ਮੇਰੇ ਘਰ ਵਾਲਾ ਐਸਾ ਹੋਊਗਾ, ਮੇਰੇ ਸਹੁਰੇ ਐਸੇ ਹੋਣਗੇ, ਸੱਸ ਐਸੀ ਹੋਊ। ਜਦ ਵਿਆਹ ਹੋ ਗਿਆ ਤਾਂ ਮਾਮਲੇ ਪੈ ਜਾਂਦੇ ਗਲ 'ਚ। ਉਹੀ ਸੱਸ ਡੈਣ ਨਜ਼ਰ ਆਉਂਦੀ ਹੈ, ਫਿਰ ਵੀ ਲੜਦੀ ਹੈ ਮੇਰੇ ਨਾਲ, ਉਹੀ ਘਰ ਵਾਲਾ ਬੁਰਾ ਲੱਗਦਾ। ਫਰੀਦਾ ਇਹੋ ਪਛੋਤਾਓ ਵੱਤ ਕੁਆਰੀ ਨਾ। ਫਿਰ ਇਹ ਪਛਤਾਵਾ ਹੁੰਦਾ ਮਨ ਵਿੱਚ ਵੀ ਮੈਂ ਦੁਬਾਰਾ ਕੁਆਰੀ ਨਹੀਂ ਬਣ ਸਕਦੀ। ਇਹਦਾ ਭਾਵ ਰੂਹਾਨੀਅਤ ਵਿੱਚ ਇਹ ਹੈ ਵੀ ਜਦੋਂ ਬੰਦਾ ਅਜੇ ਧਰਮ ਵਿੱਚ ਸ਼ਾਮਿਲ ਨਹੀਂ ਹੁੰਦਾ, ਬੜਾ ਚਾਅ ਹੁੰਦਾ ਵੀ ਮੈਂ ਜਾ ਕੇ ਜਦੋਂ ਧਰਮ ਵਿੱਚ ਸ਼ਾਮਿਲ ਹੋਊਂਗਾ, ਮੈਂ ਆਹ ਕਰੂੰਗਾ, ਮੈਂ ਉਹ ਕਰੂੰਗਾ। ਲੇਕਿਨ ਜਦੋਂ ਧਰਮ ਦੇ ਵਿੱਚ ਆ ਜਾਂਦਾ ਤਾਂ ਪਤਾ ਚੱਲ ਜਾਂਦਾ ਵੀ ਇੱਕ ਇੱਕ ਧਰਮ ਦੇ ਵਿੱਚ ਕਿੰਨੀਆਂ ਸ਼ਾਖਾਵਾਂ ਬਣ ਗਈਆਂ, ਕਿੰਨੇ ਕਿੰਨੇ ਫਿਰਕੇ ਬਣ ਗਏ, ਇੱਕ ਦੂਜੇ ਦਾ ਵਿਰੋਧ ਹੁੰਦਾ, ਲੜਾਈ ਝਗੜੇ ਵੀ ਹੁੰਦੇ। ਫਿਰ ਬੰਦਾ ਪਛਤਾਉਂਦਾ ਵੀ ਇਹਦੇ ਨਾਲੋਂ ਤਾਂ ਮੈਂ ਇੱਦਾਂ ਹੀ ਚੰਗਾ ਸੀਗਾ ਬਿਨਾਂ ਹੀ ਧਰਮ ਤੋਂ।
ਧਾਰਮਿਕ ਬੰਦੇ ਜ਼ਿਆਦਾ ਲੜਾਈਆਂ ਝਗੜੇ ਕਰਦੇ ਆ। ਜਿੰਨੇ ਝਗੜੇ ਅੱਜ ਤੱਕ ਧਰਮ ਦੇ ਨਾਂ 'ਤੇ ਹੋਏ ਇੰਨੇ ਸ਼ਾਇਦ ਹੋਰ ਕਿਸੇ ਵੀ ਇਸ਼ੂ 'ਤੇ ਨਹੀਂ ਹੋਏ। ਇਹ ਜਿਹੜਾ ਧਰਮ ਹੁੰਦਾ ਹੈ ਇਹਨੂੰ ਬੰਦਾ ਇਹ ਧਾਰਮਿਕ ਵਿਸ਼ਵਾਸ ਨੂੰ ਲੈ ਕੇ ਇੰਨਾ ਤਸਵੀ ਹੋ ਜਾਂਦਾ ਹੈ ਵੀ ਦੂਜੇ ਨੂੰ ਬਰਦਾਸ਼ਤ ਨਹੀਂ ਕਰਦਾ, ਫਿਰ ਬਰਦਾਸ਼ਤ ਸ਼ਕਤੀ ਖਤਮ ਹੋ ਜਾਂਦੀ ਹੈ ਉਹਦੀ। ਉੱਥੇ ਫਿਰ ਬਾਬਾ ਫਰੀਦ ਜੀ ਕਹਿੰਦੇ ਵੀ ਪਛਤਾਵਾ ਫਿਰ ਇਹ ਹੁੰਦਾ ਵੀ ਇਹਦੇ ਨਾਲੋਂ ਤਾਂ ਮੈਂ ਇੱਦਾਂ ਹੀ ਚੰਗਾ ਸੀ, ਬਿਨਾਂ ਹੀ ਧਰਮ ਤੋਂ। ਮਾਮਲੇ ਹੀ ਮਾਮਲੇ ਪੈ ਜਾਂਦੇ ਗਲ ਵਿੱਚ। ਸਿੱਖੀ ਦੇ ਵਿੱਚ ਵੀ ਅੱਜ ਕੱਲ੍ਹ ਇਸ ਤਰ੍ਹਾਂ, ਹਾਲਾਂਕਿ ਸਭ ਤੋਂ ਨਵਾਂ ਧਰਮ ਹੈ, ਪਰ ਸਿੱਖੀ ਵਿੱਚ ਵੀ ਬਹੁਤ ਵੰਡੀਆਂ ਪੈ ਗਈਆਂ। ਕਿੰਨੇ ਡੇਰੇ ਵਿੱਚੋਂ ਨਿਕਲੇ ਆਏ, ਔਰ ਜਿਹੜੇ ਖੁਦ ਸਿੱਖੀ ਨੂੰ ਵੀ ਅਪਣਾਏ ਹੋਏ ਆ ਉਹਨਾਂ ਦੇ ਵਿੱਚ ਵੀ ਬਹੁਤ ਮਤਭੇਦ ਹੈ। ਬਹੁਤ ਜਗ੍ਹਾ ਜਗ੍ਹਾ ਹਰ ਗੱਲ ਦੇ ਉੱਤੇ, ਮੂਲ ਮੰਤਰ ਦੇ ਉੱਤੇ ਭੇਦ ਹੈ, ਵਿਆਕਰਨ ਦੇ ਉੱਤੇ ਭੇਦ ਹੈ। ਇੱਕ ਹੁੰਦਾ ਹੀ ਨਹੀਂ ਮਨ ਕਦੇ ਵੀ ਦੁਫਾੜ ਹੋਇਆ ਰਹਿੰਦਾ। ਕੱਲਰ ਕੇਰੀ ਛੱਪੜੀ ਆਇਓ ਲੱਥੇ ਹੰਝ। ਛੱਪੜੀ ਕੱਲਰ ਵਿੱਚ ਕੋਈ ਹੋਵੇ ਪਾਣੀ ਦੀ, ਉੱਥੇ ਹੰਸ ਆ ਕੇ ਉਤਰ ਜਮੇ। ਚਿੰਜੂ ਬੋੜਨ ਨਾ ਪੀਵੇ ਉੱਡਣ ਸੰਦੀ ਦੰਝ। ਜਦੋਂ ਚੁੰਝ ਵਿੱਚ ਪਾਉਂਦੇ ਆ ਉਹ ਪੀਂਦੇ ਨਹੀਂ ਪਾਣੀ ਨੂੰ, ਕਿਉਂਕਿ ਹੰਸ ਜਿਹੜਾ ਉਹ ਹੀਰੇ ਮੋਤੀ ਖਾਂਦਾ, ਉਹ ਸਰੋਵਰਾਂ 'ਚੋਂ ਮਿਲਦੇ ਆ, ਕਿਸੇ ਛੱਪੜੀ 'ਚੋਂ ਨਹੀਂ ਮਿਲਦੇ। ਉਹ ਸਗੋਂ ਉੱਥੋਂ ਉੱਡਣ ਦੀ ਉਹਨਾਂ ਨੂੰ ਡੰਝ ਲੱਗ ਜਾਂਦੀ ਹੈ, ਪਿਆਸ ਵੀ ਛੇਤੀ ਕਰੀਏ ਉੜੀਏ ਇੱਥੋਂ, ਇੱਥੇ ਕੁਛ ਨਹੀਂ ਹੈ, ਤਾਂਘ ਹੋ ਜਾਂਦੀ ਹੈ ਵੀ ਉੜੀਏ। ਹੰਸ ਉੱਡਰ ਕੋਧਰੇ ਪਿਆ ਲੋਕ ਵਡਾਰਨ ਜਾਏ। ਜੇ ਕੋਧਰੇ ਦੇ ਖੇਤ ਵਿੱਚ ਹੰਸ ਆ ਕੇ ਉਤਰ ਪਵੇ, ਲੋਕ ਉਹਨੂੰ ਭਜਾਉਣ ਜਾਂਦੇ। ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ। ਪਰ ਮੂਰਖਾਂ ਨੂੰ, ਗਾਫਲ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਹੰਸ ਤਾਂ ਕੋਧਰਾ ਖਾਂਦਾ ਹੀ ਨਹੀਂ ਹੈ। ਜੇ ਆ ਕੇ ਬੈਠ ਵੀ ਗਿਆ ਤਾਂ ਵੀ ਕਿਆ ਹਰਜ ਹੈ। ਚੱਲ ਚੱਲ ਗਈਆਂ ਪੰਖੀਆਂ ਜਿਨੀ ਵਸਾਏ ਤਲ। ਜਿਹੜੇ ਪੰਖੀ ਦਰਿਆਵਾਂ ਦੇ, ਸਰੋਵਰਾਂ ਦੇ ਉੱਤੇ ਰਹਿੰਦੇ ਸੀ, ਕੰਢਿਆਂ ਦੇ ਜਾਂ ਵਿੱਚ ਤਿਰਦੇ ਸੀਗੇ, ਉਹ ਸਭ ਚਲੇ ਗਏ। ਫਰੀਦਾ ਸਰ ਭਰਿਆ ਭੀ ਚੱਲ ਸੀ, ਥੱਕੇ ਕਵਲ ਅਕਲ। ਸਰੋਵਰ ਵੀ ਮੁੱਕ ਗਿਆ ਪਾਣੀ ਉਹਦਾ, ਪੰਛੀ ਵੀ ਚਲੇ ਗਏ ਉੱਥੋਂ, ਔਰ ਜਿਹੜੇ ਵਿੱਚ ਕਮਲ ਦੇ ਫੁੱਲ ਸੀ ਉਹ ਵੀ ਸੁੱਕਣ ਲੱਗ ਪਏ ਬਿਨਾਂ ਪਾਣੀ ਤੋਂ। ਭਾਵ ਇਹ ਹੈ ਵੀ ਜਦ ਮੌਤ ਆਉਣੀ ਹੈ ਇਹ ਸਰੀਰ ਨੂੰ, ਸਭ ਕੁਛ ਖਤਮ ਹੋ ਜਾਣਾ। ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੁਣ ਹੰਕਾਰੇ ਫਿਰਦੇ ਸਰੀਰ ਦੇ ਵਿੱਚ, ਸਭ ਨੇ ਭੱਜ ਜਾਣਾ, ਕਿਸੇ ਨੇ ਨਹੀਂ ਰਹਿਣਾ। ਫਿਰ ਮਨ ਨੇ ਵੀ ਅਖੀਰ ਨੂੰ ਉਡਾਰੀ ਮਾਰ ਜਾਣੀ, ਆਤਮਾ ਵੀ ਉੜ ਜਾਣੀ। ਫਰੀਦਾ ਇੱਟ ਸਰਾਣੇ ਭੋਏ ਸਵਣ, ਕੀੜਾ ਲੜਿਓ ਮਾਸ। ਕਬਰ ਦੇ ਵਿੱਚ ਪਿਆ ਹੋਇਆ ਬੰਦਾ, ਗੋਰ ਦੇ ਵਿੱਚ ਸਰਾਣੇ ਇੱਟ ਹੋਏਗੀ, ਧਰਤੀ ਦੇ ਉੱਤੇ ਪਿਆ ਹੋਊਗਾ, ਔਰ ਵਿੱਚ ਕੀੜੇ ਚੱਲਦੇ ਹੋਣਗੇ। ਕੀੜਿਆਂ ਨੇ ਮਾਸ ਨੂੰ ਖਾ ਜਾਣਾ ਹੌਲੀ ਹੌਲੀ। ਕੇਤੜਿਆਂ ਯੁੱਗ ਵਾਪਰੇ ਇਕਤ ਪਿਆ ਪਾਸ। ਔਰ ਯੁੱਗ ਬੀਤ ਜਾਣੇ, ਇੱਕੋ ਪਾਸੇ ਨੂੰ ਪਏ ਨੂੰ ਕਰਵਟ ਵੀ ਨਹੀਂ ਲੈ ਹੋਣੀ ਮੁੜ ਕੇ। ਕਲਪਨਾ ਹੈ ਬਾਬਾ ਫਰੀਦ ਜੀ ਦੀ। ਫਰੀਦਾ ਭੰਨੀ ਘੜੀ ਸਵੰਨਵੀ, ਟੁੱਟੀ ਨਾਗਰ ਲੱਜ। ਅਜ਼ਰਾਈਲ ਫਰਿਸ਼ਤਾ ਕਹਿ ਘਰ ਨਾਠੀਆ। ਜਦੋਂ ਘੜੀ ਟੁੱਟ ਜਾਂਦੀ ਹੈ, ਕਦੋਂ ਟੁੱਟਦੀ ਹੈ? ਜਦੋਂ ਜਿਹੜੀ ਲੱਜ ਹੈ ਉਹ ਟੁੱਟ ਜਾਂਦੀ ਹੈ। ਲੱਜ ਕਹਿੰਦੇ ਖੂਹ 'ਚ ਭਰਾਉਣ ਵਾਲੀ ਉਹ ਰੱਸੀ ਮੋਟੀ, ਜਿਹਦੇ ਨਾਲ ਘੜਾ ਆਪਾਂ ਵਿੱਚ ਭਰਾ ਕੇ ਉੱਪਰ ਪਾਣੀ ਦਾ ਭਰ ਕੇ ਬਾਹਰ ਕੱਢੀਦਾ। ਤੋ ਜਦੋਂ ਸਾਹਾਂ ਦੀ ਲੱਜ ਟੁੱਟ ਗਈ ਤਾਂ ਇਹ ਸਰੀਰ ਨੇ, ਜਿਹੜਾ ਵਧੀਆ ਸਰੀਰ ਹੈ, ਸ਼ਿੰਗਾਰਿਆ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਦੇ ਨਾਲ, ਇਹਨੇ ਵੀ ਟੁੱਟ ਜਾਣਾ, ਭੱਜ ਜਾਣਾ ਭਾਈ। ਔਰ ਫਿਰ ਅਜ਼ਰਾਈਲ ਫਰਿਸ਼ਤਾ ਦੇ ਘਰ ਦਾ ਪ੍ਰਾਹੁਣਾ ਬਣ ਜਾਣਾ। ਨਾਠੀ ਮੈਨੇ ਪ੍ਰਾਹੁਣਾ। ਜਦੋਂ ਅਜ਼ਰਾਈਲ ਫਰਿਸ਼ਤਾ ਲੈਣ ਆਉਂਦਾ ਹੈ ਮਲਕੁਲ ਮੌਤ, ਤਾਂ ਉਹਦੇ ਘਰ ਦਾ ਪ੍ਰਾਹੁਣਾ ਬਣ ਜਾਂਦਾ ਫਿਰ ਬੰਦਾ। ਫਰੀਦਾ ਭੰਨੀ ਘੜੀ ਸਵੰਨਵੀ, ਟੂਟੀ ਨਾਗਰ ਲੱਜ। ਜੋ ਸੱਜਣ ਭੋਏ ਭਾਰ ਥੇ, ਸੇ ਕਿਉਂ ਆਵੇਂ ਅੱਜ। ਜਦੋਂ ਘੜੀ ਫੁੱਟ ਜਾਂਦੀ ਹੈ, ਭੰਨ ਹੋ ਜਾਂਦੀ ਹੈ, ਲੱਜ ਟੁੱਟ ਜਾਂਦੀ ਹੈ, ਜਿਹੜੇ ਸੱਜਣ ਭੂਏ ਦੇ ਉੱਤੇ ਭਾਰ ਸੀਗੇ, ਰੱਬ ਦਾ ਨਾਂ ਨਹੀਂ ਕਦੇ ਵੀ ਚੇਤਿਆ, ਉਹ ਅੱਜ ਆ ਰਹੇ, ਆਪਣੀ ਸਜ਼ਾ ਲਾਉਣ ਖਾਤਰ ਆ ਰਹੇ। ਸੇ ਕਿਉਂ ਆਵੇਂ ਅੱਜ, ਅੱਜ ਕਾਹਤੇ ਆਉਂਦੇ ਜਦ ਪਹਿਲਾਂ ਨਹੀਂ ਯਾਦ ਕਰਿਆ ਕਦੇ। ਫਰੀਦਾ ਬੇਨਵਾਜਾ ਕੁੱਤਿਆ ਇਹਨਾਂ ਭਲੀ ਰੀਤ, ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਹ। ਬਹੁਤ ਕਰੜਾ ਵਚਨ ਹੈ ਬਾਬਾ ਫਰੀਦ ਜੀ ਦਾ। ਜਿਹੜੇ ਨਵਾਜ਼ ਨਹੀਂ ਕਰਦੇ ਉਹਨਾਂ ਨੂੰ ਕੁੱਤਾ ਸ਼ਬਦ ਵਰਤਿਆ ਵੀ ਇਹ ਚੰਗੀ ਗੱਲ ਨਹੀਂ ਹੈ।
ਤੂੰ ਕਦੇ ਪੰਜੇ ਵਕਤ ਮਸੀਤ ਵਿੱਚ ਨਹੀਂ ਆਉਂਦਾ ਰੱਬ ਨੂੰ ਯਾਦ ਕਰਨ, ਤੂੰ ਚੰਗਾ ਬੰਦਾ ਨਹੀਂ ਹੈ, ਕੁੱਤਾ ਹੈ। ਹੁਣ ਸਾਧ ਸੰਗਤ ਜੀ, ਉਹ ਕੁਛ ਸਾਡੇ ਮਿਸ਼ਨਰੀ ਭਰਾ ਇਸ ਤਰ੍ਹਾਂ ਕਹਿੰਦੇ ਆ ਵੀ ਜੋ ਕੁਛ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਅਸੀਂ ਤਾਂ ਉਹੀ ਮੰਨਣਾ, ਦੂਜੀ ਗੱਲ ਨਹੀਂ ਮੰਨਣੀ। ਵਿਚਾਰ ਕੇ ਦੇਖੋ ਇਸ ਗੱਲ ਨੂੰ ਵੀ, ਕਿਆ ਸਾਨੂੰ ਮਸੀਤ ਵੀ ਜਾਣਾ ਪੰਜੇ ਵਕਤ ਔਰ ਨਮਾਜ਼ ਪੜ੍ਹਨੀ ਹੈ? ਸਿੱਖਾਂ ਨੂੰ ਹੁਕਮ ਹੈ ਇਹ? ਨਹੀਂ। ਇਹ ਮੁਸਲਮਾਨਾਂ ਦਾ ਅਕੀਦਾ ਹੈ, ਉਹ ਗੁਰੂ ਸਾਹਿਬ ਨੇ ਜਰਿਆ ਹੈ ਉਸੇ ਤਰ੍ਹਾਂ ਲਿਖ ਦਿੱਤਾ ਗੁਰਬਾਣੀ 'ਚ। ਇਹਦਾ ਭਾਵ ਇਹ ਨਹੀਂ ਵੀ ਸਿੱਖ ਨੇ ਮਸੀਤ ਜਾਣਾ। ਸਮਝ ਕਰਨੀ ਚਾਹੀਦੀ ਹੈ। ਜਿਹੜੇ ਇਹ ਦਲੀਲ ਦਿੰਦੇ, ਦਲੀਲ ਤਾਂ ਬੜੀ ਸੋਹਣੀ ਲੱਗਦੀ ਹੈ ਵੀ ਅਸੀਂ ਤਾਂ ਜੀ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਉਹੀ ਮੰਨਣੀ ਹੈ। ਉਹ ਭਾਈ ਜਦੋਂ ਗੁਰਬਾਣੀ ਦੀ ਸਮੱਗਰਤਾ ਵਿੱਚ ਆਉਂਗੇ ਤਾਂ ਆਪੇ ਸਮਝ ਆ ਜਾਣੀ ਇਹ ਗੱਲ ਦੀ ਬਈ ਜੋ ਕੁਛ ਗੁਰਬਾਣੀ ਕਹਿੰਦੀ ਹੈ ਮੰਨਣਾ, ਉਹਦਾ ਭਾਵ ਮੰਨਣਾ। ਇਹਦਾ ਭਾਵ ਕਿਆ ਹੈ? ਮੁਸਲਮਾਨ ਮਸੀਤ ਜਾਵੇ, ਸਿੱਖ ਗੁਰਦੁਆਰੇ ਸਾਹਿਬ ਜਾਵੇ, ਹਿੰਦੂ ਮੰਦਰ ਜਾਵੇ, ਆਹ ਮਤਲਬ ਹੈ। ਲਿਖੇ ਜਿਹੜੇ ਸ਼ਬਦ ਲਿਖੇ ਹੋਏ ਹੈ, ਲਿਖੇ ਹੋਏ ਜੋ ਪ੍ਰਤੀਤ ਨਜ਼ਰ ਆਉਂਦਾ ਹੈ, ਉਹਦੇ ਪਿੱਛੇ ਜਿਹੜੀ ਭਾਵਨਾ ਹੁੰਦੀ ਹੈ ਉਹਨੂੰ ਬੁੱਝਣਾ ਹੁੰਦਾ। ਇਹੀ ਗੁਰਬਾਣੀ ਦਾ ਸਮੱਗਰਤਾ ਦਾ ਸਿਧਾਂਤ ਹੈ। ਜੇ ਉਸ ਸ਼ਬਦ 'ਚੋਂ ਨਹੀਂ ਉਹ ਗੱਲ ਪ੍ਰਗਟ ਹੁੰਦੀ ਤਾਂ ਬਾਕੀ ਜਗ੍ਹਾ ਗੁਰਬਾਣੀ 'ਚੋਂ ਪ੍ਰਗਟ ਹੋਈ ਵੀ ਹੁੰਦੀ ਹੈ। ਤਾਂ ਹੀ ਸਮੱਗਰਤਾ ਦੇ ਵਿੱਚੋਂ ਸਾਨੂੰ ਗੁਰਬਾਣੀ ਦੇ ਅਰਥ ਮਿਲਦੇ ਹਨ, ਇੱਕ ਦੋ ਸ਼ਬਦਾਂ ਦੇ ਨਾਲ ਨਹੀਂ ਮਿਲਦੇ। ਜੇ ਹੁਣ ਇੰਨੀਓ ਗੱਲ ਨੂੰ ਪਕੜ ਕੇ ਬਹਿ ਜਾਈਏ ਵੀ ਬਾਬਾ ਫਰੀਦ ਜੀ ਕਹਿੰਦੇ ਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਵੀ ਪੰਜੇ ਵਕਤ ਮਸੀਤ ਜਾਓ ਭਾਈ, ਨਹੀਂ ਤਾਂ ਤੁਸੀਂ ਕੁੱਤੇ ਆ। ਫਿਰ ਹੁਣ ਤੁਸੀਂ ਆਪ ਵਿਚਾਰ ਲਓ ਇਸ ਗੱਲ ਨੂੰ ਵੀ, ਇਹਦਾ ਮਤਲਬ ਕਿਆ ਹੈ। ਸਾਧ ਸੰਗਤ ਜੀ, ਉਹ ਅੰਮ੍ਰਿਤ ਛਕਣ ਦਾ ਜ਼ਿਕਰ ਕਿਤੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਆਉਂਦਾ। ਜਿਹੜੀ ਆਪਾਂ ਰਸਮ ਕਰਦੇ ਹਾਂ ਅੰਮ੍ਰਿਤ ਛਕਣ ਦੀ, ਖੰਡੇ ਬਾਟੇ ਦੀ ਪਹੁਲ ਲੈਣ ਦੀ, ਸਾਹਿਬਜ਼ਾਦਿਆਂ ਦੀਆਂ ਔਰ ਗੁਰੂ ਦੇ ਪਿਆਰੇ ਸਿੱਖਾਂ ਦੀਆਂ ਸ਼ਹੀਦੀਆਂ ਕਿਤੇ ਨਹੀਂ ਆਉਂਦੀਆਂ ਬਾਣੀ 'ਚ। ਕਿ ਆਪਾਂ ਨੇ ਉਹ ਮੰਨਣੀਆਂ ਨਹੀਂ? ਦਲੀਲ ਬਹੁਤ ਵਧੀਆ ਕਰ ਲੈਂਦੇ, ਅਸੀਂ ਨਹੀਂ ਜੀ ਬਾਹਰ ਦੀ ਗੱਲ ਕਰਨੀ, ਅਸੀਂ ਨਹੀਂ ਦਸਮ ਗ੍ਰੰਥ ਨੂੰ ਮੰਨਣਾ ਜਾਂ ਹੋਰ ਰਹੀਆਂ ਜਿਹੀਆਂ ਗੱਲਾਂ ਵੀ ਕਰਦੇ ਹਾਂ। ਉਹ ਭਾਈ ਜਿਹੜੀ ਚੀਜ਼ ਗੁਰਬਾਣੀ ਦੀ ਕਸਵੱਟੀ ਪਰ ਪੂਰੀ ਉਤਰਦੀ, ਕਾਹਤੇ ਨਾ ਮੰਨੀ ਜਾਵੇ। ਜੇ ਗੁਰਬਾਣੀ ਨੂੰ ਆਪਾਂ ਨੇ ਵਿਚਾਰਨਾ, ਉਹਦੇ ਸੇਧ ਲੈਣੀ ਹੈ ਤਾਂ ਸਿੱਖ ਇਤਿਹਾਸ ਨੂੰ ਛੱਡ ਦਈਏ। ਗੁਰਬਾਣੀ 'ਚ ਕਿੱਥੇ ਲਿਖਿਆ ਵੀ ਯੁੱਧ ਕਰੋ? ਕਿਤੇ ਵੀ ਨਹੀਂ ਆਉਂਦਾ ਜ਼ਿਕਰ। ਸਿਰਫ ਨੀਵਾਂ ਹੋਣ ਦਾ ਜ਼ਿਕਰ ਆਉਂਦਾ ਸਾਰੀ ਗੁਰਬਾਣੀ 'ਚ। ਜਾਂ ਦੋ ਜਗ੍ਹਾ ਇਸ ਤਰ੍ਹਾਂ ਵੀ ਆਉਂਦਾ ਵੀ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਤਾਨ। ਨਾ ਕਿਸੇ ਦੀ ਭੈ ਸਹਿਣੀ ਹੈ, ਨਾ ਕਿਸੇ ਨੂੰ ਭੈ ਦੇਣੀ ਹੈ। ਇੰਨਾ ਕੁ ਜ਼ਿਕਰ ਤਾਂ ਆਉਂਦਾ, ਪਰ ਯੁੱਧ ਕਰਨ ਦਾ ਜ਼ਿਕਰ ਤਾਂ ਕਿਤੇ ਨਹੀਂ ਆਉਂਦਾ। ਇਹ ਗੁਰਬਾਣੀ ਦੀ ਜਿਹੜੀ ਐਪਲੀਕੇਸ਼ਨ ਹੈ ਉਹ ਅੱਖਰਾਂ ਵਿੱਚ ਨਹੀਂ ਹੈ, ਅੱਖਰਾਂ ਦੇ ਬਿਹਾਈਂਡ ਹੈ। ਗੁਰੂ ਸਾਹਿਬ ਨੇ ਉਹ ਜੀ ਕੇ ਦਿਖਾਈ ਹੈ। ਜੇ ਗੁਰੂ ਸਾਹਿਬ ਨੇ ਨਾ ਜੰਗ ਯੁੱਧ ਕਰੇ ਵੇ ਹੁੰਦੇ ਤਾਂ ਸ਼ਾਇਦ ਸਿੱਖ ਨੂੰ ਇਹ ਵੀ ਲੱਗਦਾ ਵੀ ਨਹੀਂ ਜੀ ਨਹੀਂ, ਬਾਣੀ ਤਾਂ ਕਹਿੰਦੀ ਪਰ ਨੀਵੇਂ ਹੋ ਜਾਓ, ਥੱਪੜ ਖਾਈ ਜਾਓ ਮੂੰਹ ਦੇ ਉੱਤੇ। ਜੇ ਮਾਰਦਾ ਕੋਈ ਉਹਨੂੰ ਅੱਗੇ ਤੋਂ ਜਵਾਬ ਹੀ ਨਾ ਦਿਓ। ਉਹ ਇੱਕ ਹੱਦ ਤੱਕ ਹੈ ਨੀਵਾਂ ਹੋਣਾ। ਜੇ ਨਹੀਂ ਹਟਦਾ ਬੰਦਾ ਜਰਵਾਣਾ, ਫਿਰ ਉਹਦਾ ਮੂੰਹ ਭੰਨਣ ਦਾ ਹੁਕਮ ਵੀ ਹੈ। ਤੋ ਸਾਰਾ ਕੁਝ ਗੁਰਬਾਣੀ 'ਚ ਨਹੀਂ ਹੈ ਉਸ ਤਰ੍ਹਾਂ ਭਾਈ ਸਾਹਿਬ ਜੀ, ਉਹ ਜਿਵੇਂ ਆਪਾਂ ਵਿਚਾਰਦੇ ਹਾਂ। ਕਈ ਵੀਰ ਮਿਸ਼ਨਰੀ ਦਾਸ ਨਾਲ ਵਿਚਾਰਾਂ ਵੀ ਕਰਦੇ ਹੁੰਦੇ, ਉਹ ਇਹੀ ਗੱਲ ਨੂੰ ਕਹਿੰਦੇ ਅਸੀਂ ਤਾਂ ਜੀ ਬਾਹਰ ਨਹੀਂ ਜਾਣਾ ਇਸ ਗੱਲ ਤੋਂ। ਉਹ ਭਾਈ ਤੁਸੀਂ ਨਾ ਜਾਓ, ਪਰ ਗੁਰਬਾਣੀ ਨੂੰ ਬੁੱਝੋ ਤਾਂ ਸਹੀ ਨਾ। ਜਦ ਬੁੱਝੋਗੇ ਤਾਂ ਇਹ ਗੱਲਾਂ ਆਪੇ ਆ ਜਾਣੀਆਂ ਵਿੱਚ। ਜਦ ਗੁਰਬਾਣੀ ਨੂੰ ਬੁੱਝੋਗੇ ਤਾਂ ਪਤਾ ਲੱਗ ਜਾਣਾ ਵੀ ਨਮਾਜ਼ ਕਰਨ ਪੰਜ ਵਕਤ ਮਸੀਤ ਜਾਣ ਦਾ ਮਤਲਬ ਕਿਆ ਹੈ। ਅੱਖਰਾਂ ਮਗਰ ਨਾ ਜਾਓ, ਅੱਖਰਾਂ ਦੇ ਬਿਹਾਈਂਡ ਜਾਓ ਜਾਂ ਬਿਟਵੀਨ ਕਮ ਸੇ ਕਮ ਜਾਓ। ਤੋ ਸਾਧ ਸੰਗਤ ਜੀਓ, ਇਹ ਤਾਂ ਸੀ ਅੱਜ ਦੀ ਵਿਚਾਰ ਆਪਣੀ ਤੁੱਛ ਬੁੱਧੀ ਅਨੁਸਾਰ। ਕੱਲ ਇੱਕ ਜ਼ਿਕਰ ਆਇਆ ਸੀ ਬੇਟਿਕਾਣੇ ਬਿੰਦੀ ਦਾ, ਇਹ ਨਿਰਦੋਸ਼ਾਂ ਮਾਰੀ ਹੈ ਹਮ ਦੋਸਾ ਕਾ ਕਿਆ ਹਾਲ। ਇਹ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ਖੋਜ ਕਰੀ ਹੈ ਬਈ ਕਈ ਜਗ੍ਹਾ ਬੇਟਿਕਾਣਾ ਬਿੰਦੀਆਂ ਲੱਗੀਆਂ। ਪਹਿਲੀ ਗੱਲ ਤਾਂ ਉਹਨਾਂ ਨੇ ਦੱਸੀ ਹੈ ਵੀ ਜਿਹੜਾ ਸ਼ਬਦ ਮੁਹਾਂ ਬੋਲਦੇ ਆਪਾਂ, ਆ ਪਾਉ ਜੀ ਬਾਉ, ਰਾਗ ਗੋਂਡ ਨੂੰ ਗੌਂਡ ਲਿਖਿਆ ਹੋਇਆ, ਸ਼ਬਦੋਂ ਨੂੰ ਸ਼ਬਦਾਂ ਲਿਖਿਆ ਹੋਇਆ, ਸ਼ਬਦਾਂ ਹੀ ਭਗਤ ਜਾਪਦੇ। ਇਹ ਉਹਨਾਂ ਨੇ ਦੱਸਿਆ ਹੈ ਵੀ ਜਿਹੜੀ ਪੁਰਾਣੀ ਲਿਖਤ ਹੈ ਪੰਜਾਬੀ ਦੀ, ਉਹਦੇ 'ਚ ਬਿੰਦੀ ਮੋਹਰੇ ਲੱਗਦੀ ਹੁੰਦੀ ਸੀ, ਲੇਕਿਨ ਅਣਜਾਣ ਲਿਖਾਰੀਆਂ ਨੇ ਉਹ ਬਿੰਦੀ ਨੂੰ ਹੋੜੇ ਦਾ ਕਨੌੜਾ ਬਣਾ ਦਿੱਤਾ। ਜਿਵੇਂ ਮੂੰਹੋਂ ਮੰਮੇ ਨੂੰ ਔਂਕੜ, ਹਾਹੇ ਨੂੰ ਹੋੜਾ। ਜਦ ਮੂੰਹੋਂ ਲਿਖਣਾ ਸੀ ਤਾਂ ਉਹ ਬਿੰਦੀ ਮੋਹਰੇ ਲੱਗਦੀ ਸੀਗੀ, ਉਹ ਮੂਹਰੇ ਜਿਹੜਾ ਹੈ ਉਹ ਕਨੌੜੇ ਦੀ ਇੱਕ ਲੱਤ ਬਣਾ ਦਿੱਤੀ।
ਮੂੰਹੋਂ ਨੂੰ ਮੂੰਹੋਂ ਬਣਾਤਾ, ਆਪੋ ਨੂੰ ਆਪੋਂ, ਜੀਭੋਂ ਨੂੰ ਜੀਭੋਂ, ਉਹ ਕਨੌੜਾ ਬਣਾ ਦਿੱਤਾ ਬਿੰਦੀ ਦਾ। ਬਿੰਦੀ ਦੇ ਨਾਲ ਜਿਹੜਾ ਆਪਾਂ ਨੂੰ ਹੋੜੇ ਦੇ ਨਾਲ ਲੱਗਣੀ ਸੀਗੀ ਉਹਨੂੰ ਕਨੌੜਾ ਬਣਾ ਦਿੱਤਾ, ਬਿੰਦੀ ਛੱਡਤੀ। ਜੀਭੋ ਇੱਕ ਤਾਂ ਇਹ ਬੇਟਿਕਾਣਾ ਹੈ। ਨੰਬਰ 2, ਆਵੇਂ ਜਾਵੇਂ ਮਰੇ ਮਰੇ ਭਾਗੇ, ਆਵੇਂ ਲਿਖਿਆ ਵਾਲੇ ਨੂੰ ਕੰਨਾ ਉੱਪਰ ਬਿੰਦੀ, ਆਵੇਂ ਇੱਥੇ ਨਹੀਂ ਹੈ, ਬਿੰਦੀ ਪਿੱਛੇ ਲੱਗਣੀ ਹਾਹੇ ਦੇ ਸਿਆਰੀ ਦੇ ਨਾਲ ਮਗਰ, ਆਵੇਂ ਜਾਵੇਂ। ਆੜੇ ਦੇ ਕੰਨੇ ਦੇ ਉੱਪਰ ਬਿੰਦੀ ਦਾ ਕੋਈ ਮਤਲਬ ਨਹੀਂ ਹੈ, ਇਹ ਬੇਟਿਕਾਣਾ ਬਿੰਦੀ ਹੈ। ਅੱਗੇ ਚਲੋ, ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ, ਮੰਮੇ ਨੂੰ ਔਂਕੜ ਉੱਪਰ ਟਿੱਪੀ, ਲੱਲੇ ਨੂੰ ਕੰਨਾ ਉੱਪਰ ਬਿੰਦੀ, ਮੁੱਲਾ। ਇਹ ਬੋਲਿਆ ਵੀ ਨਹੀਂ ਜਾ ਸਕਦਾ ਇਸ ਤਰ੍ਹਾਂ, ਇਹ ਬੇਟਿਕਾਣਾ ਬਿੰਦੀ ਹੈ। ਮੁੱਲਾਂ ਸ਼ਬਦ ਹੁੰਦਾ ਹੈ, ਟਿੱਪੀ ਜਿਹੜੀ ਹੈ ਉਹ ਮੰਮੇ ਦੇ ਉੱਪਰ ਨਹੀਂ ਹੈ, ਮੁੱਲਾਂ। ਐਸੇ ਤਰੀਕੇ ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ, ਅਜਾਏ ਦੇ ਜੱਜੇ ਨੂੰ ਕੰਨਾ ਉੱਪਰ ਬਿੰਦੀ ਹੈ, ਇਹ ਵੀ ਬੇਟਿਕਾਣਾ ਹੈ। ਇਹ ਈੜੀ ਨੂੰ ਸਿਆਰੀ ਦੇ ਪਿੱਛੇ ਮਗਰ ਹੋਣੀ ਚਾਹੀਦੀ ਹੈ, ਅਜਾਏ। ਬੋਲ ਕੇ ਵੀ ਦੇਖ ਲਓ। ਨਿਰਦੋਸ਼ਾਂ ਦੀ ਗੱਲ ਕੱਲ੍ਹ ਆ ਗਈ ਸੀਗੀ, ਇਹ ਨਿਰਦੋਸ਼ਾਂ ਮਾਰੀ ਹੈ। ਨਿਰਦੋਸ਼ਾ ਹੁੰਦਾ, ਨਿਰਦੋਸ਼ਾਂ ਨਹੀਂ ਹੁੰਦਾ। ਕਬੀਰ ਸੂਖ ਨਾ ਇਹ ਜੁਗ, ਇਹ ਲਿਖਿਆ ਹੋਇਆ ਇਹ ਸੂਖ ਨਾ ਇਹ ਯੁੱਗ, ਇਹ ਈੜੀ ਨੂੰ ਲਾਮ ਦੇ ਨਾਲ ਬਿੰਦੀ ਦਾ ਕੋਈ ਮਤਲਬ ਨਹੀਂ। ਆਖੀ ਸੇਖਾਂ ਬੰਦਗੀ, ਸੇਖਾਂ ਕੱਖੇ ਨੂੰ ਕੰਨਾ ਉੱਪਰ ਬਿੰਦੀ ਹੈ, ਸ਼ਬਦ ਸੇਖਾ, ਉਹ ਸ਼ੇਖ ਬੰਦਗੀ ਕਰ, ਸੇਖਾਂ ਸ਼ਬਦ ਦੇ ਉੱਪਰ ਬਿੰਦੀ ਬੇਟਿਕਾਣਾ। ਸਿਆਮ ਸੁੰਦਰ ਤਜ ਆਨ ਜੋ ਚਾਹਤ, ਜਿਉ ਕੁਸ਼ਤੀ ਤਨ ਜੋਂਕ। ਸਾਧ ਸੰਗਤ ਜੀ, ਉਹ ਜਿਹੜਾ ਜੋਂਕ ਸ਼ਬਦ ਹੈ, ਬਿੰਦੀ ਲੱਗੀ ਹੋਈ ਹੈ ਜੱਜੇ ਨੂੰ, ਹੋੜਾ ਉੱਪਰ ਬਿੰਦੀ, ਇਹ ਅਸਲ ਵਿੱਚ ਇੱਕ ਡਾਇਲੈਕਟ ਹੈ ਭਈਆ ਲੋਕਾਂ ਦੀ, ਜਿਹੜੇ ਪੂਰਬ ਤੋਂ ਆਉਂਦੇ ਹੈ। ਉਹ ਸਾਡੇ ਇੱਕ ਨੌਕਰ ਹੁੰਦਾ ਸੀਗਾ ਖੇਤੀਬਾੜੀ ਕੰਮ ਕਰਨ ਵਾਲਾ, ਉਹ ਕਹਿੰਦਾ ਹੁੰਦਾ ਸੀ ਸ਼ਾਮ ਨੂੰ ਸਿਆਲੇ 'ਚ, ਸਰਦਾਰ ਜੀ ਆ ਜਾਓ ਸੇਂਕ ਲਗਾਈਏ, ਸੇਂਕ, ਸੇਕ ਨੂੰ ਸੇਂਕ ਬੋਲਦਾ ਸੀ ਉਹ, ਉਹਨਾਂ ਦੀ ਡਾਇਲੈਕਟ ਹੈ। ਜਿਵੇਂ ਸਾਡੀ ਇੱਧਰ ਪੁਆਧੀ 'ਚ ਪੂਛ ਨੂੰ ਪੂੰਛ ਟਿੱਪੀ ਲਾ ਕੇ ਬੋਲਦੇ ਹਾਂ, ਪੂਛ ਹੁੰਦਾ ਸ਼ਬਦ, ਅਸੀਂ ਬੋਲਦੇ ਹਾਂ ਪੂੰਛ। ਤੋ ਜਾਂ ਤਾਂ ਇਹ ਉਸ ਕਰਕੇ ਲੱਗੀ ਹੈ, ਜਾਂ ਇਹ ਬੇਟਿਕਾਣਾ ਹੈ। ਜੋਕ ਸ਼ਬਦ ਹੁੰਦਾ, ਜੋਂਕ ਨਹੀਂ ਹੁੰਦਾ। ਇਹ ਹੁਣ ਆਪਣਾ ਆਪਣਾ ਵਿਵੇਕ ਹੈ ਵੀ ਕਿਵੇਂ ਕਿਵੇਂ ਇਹ ਲੱਗੀ ਹੈ। ਗੁਰੂ ਮਹਾਰਾਜ ਨੇ ਲਾਈ ਹੈ ਜਾਂ ਅਣਜਾਣ ਲਿਖਾਰੀਆਂ ਤੋਂ ਇਹ ਬਾਅਦ ਵਿੱਚ ਹੋਇਆ ਹੈ ਕੰਮ ਛਾਪੇ 'ਚ। ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ਇਸ ਤਰ੍ਹਾਂ ਦੀ ਖੋਜ ਕਰਕੇ ਲਿਖਿਆ। ਉਹਨਾਂ ਨੇ ਦੋਨਾਂ ਬੀੜਾਂ ਦੇ ਦਰਸ਼ਨ ਵੀ ਕਰੇ ਹੈ, ਕਰਤਾਰਪੁਰੀ ਬੀੜ ਸਾਹਿਬ ਦੇ ਵੀ ਦਰਸ਼ਨ ਕਰੇ ਹੈ। ਇਹ ਉੱਥੇ ਦੇਖਿਆ ਜਾ ਕੇ, ਉੱਥੇ ਹੈ ਨਹੀਂ ਇਹ ਬਿੰਦੀਆਂ ਇਸ ਤਰ੍ਹਾਂ, ਇੱਧਰ ਲੱਗੀਆਂ ਹੋਈਆਂ। ਤਾਂ ਉਹਨਾਂ ਨੇ ਫਿਰ ਬੇਨਤੀ ਕਰੀ ਹੈ ਸਿੱਖ ਪੰਥ ਨੂੰ ਵੀ ਇਕੱਲਾ ਤੇ ਇਕੱਲਾ ਬੰਦਾ ਤਾਂ ਕੁਛ ਕਰ ਨਹੀਂ ਸਕਦਾ, ਖਾਲਸਾ ਐਜ਼ ਏ ਗੁਰੂ, ਗੁਰੂ ਦੇ ਰੂਪ ਵਿੱਚ ਇਹਨਾਂ ਦਾ ਸੁਧਾਰ ਕਰ ਸਕਦਾ, ਜਿਹੜੇ ਸਾਤੋਂ ਮਨੁੱਖੀ ਗਲਤੀਆਂ ਹੋਈਆਂ ਹੋਈਆਂ। ਇਹਦਾ ਭਾਵ ਇਹ ਨਹੀਂ ਵੀ ਗੁਰੂ ਸਾਹਿਬ ਨੇ ਕਰੀਆਂ, ਗੁਰੂ ਤਾਂ ਸਰਬ ਗਿਆਤਾ ਹੁੰਦਾ। ਇਹ ਸਾਤੋਂ ਹੋਈਆਂ ਹੋਈਆਂ ਛਾਪਿਆਂ 'ਚ, ਜਦੋਂ ਆਪਾਂ ਨੇ ਬੀੜਾਂ ਛਾਪੀਆਂ ਨਾ ਭਾਈ ਚਤਰ ਸਿੰਘ ਉਹਨਾਂ ਨੇ ਵਪਾਰਕ ਪੱਖ ਤੋਂ, ਉਦੋਂ ਇਹ ਕੰਮ ਹੋਇਆ। ਉਹਨਾਂ ਨੂੰ ਵਿਆਕਰਨ ਦੀ ਸੋਝ ਹੀ ਨਹੀਂ ਸੀ, ਉਹਨਾਂ ਨੇ ਇਸ ਤਰੀਕੇ ਨਾਲ ਕਰ ਦਿੱਤਾ। ਤਾਂ ਚਲੋ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਬੰਦਾ ਹਮੇਸ਼ਾ ਹੀ ਭੁੱਲਣ ਹਾਰ ਹੈ। ਔਰ ਸਾਧ ਸੰਗਤ ਜੀਓ, ਵਿਆਕਰਨ ਤਾਂ ਐਸੀਆਂ ਘੁੰਡੀਆਂ ਖੋਲ੍ਹਦਾ ਹੈ। ਭਉ ਖੱਲਾ ਅਗਨ ਤਪਤਾਓ, ਜਪਜੀ ਸਾਹਿਬ ਵਿੱਚ ਆਉਂਦਾ। ਕਈ ਸਿਆਣਿਆਂ ਨੇ ਦਾਨਿਆਂ ਨੇ ਇਹਦੇ ਅਰਥ ਕਰੇ ਭਉ ਦੀਆਂ ਖੱਲਾਂ, ਅਗਨੀ ਦਾ ਤਾਓ। ਦੇਖੋ, ਇਹ ਭਉ ਸ਼ਬਦ ਇੱਕ ਵਚਨ ਹੈ। ਜੇ ਭਉ ਦੀਆਂ ਖੱਲਾਂ ਸ਼ਬਦ ਹੁੰਦਾ ਤਾਂ ਭੈ ਸ਼ਬਦ ਆਉਣਾ ਸੀ, ਭਉ ਦਾ ਬਹੁਵਚਨ ਭੈ ਹੁੰਦਾ ਹੈ। ਇਹ ਭਉ ਖੱਲਾ ਹੈ, ਖੱਲਾਂ ਨਹੀਂ ਹੈ, ਬਿੰਦੀ ਲਾ ਕੇ ਨਹੀਂ ਇਹਨੂੰ ਬੋਲਣਾ। ਭਉ ਖੱਲਾ ਅਗਨ ਤਪਤਾਓ, ਖੱਲ ਨੂੰ ਕਈ ਦਫਾ ਇੱਕ ਵਚਨ ਨੂੰ ਕਈ ਦਫਾ ਕੰਨਾ ਲੱਗਦਾ ਹੈ ਗੁਰਬਾਣੀ ਦੇ ਵਿੱਚ, ਉਸੇ ਤਰ੍ਹਾਂ ਖੱਲਾ ਸ਼ਬਦ ਹੈ ਤਾਂ ਇਹ ਖੱਲ ਹੈ। ਖੱਲ ਕਹਿੰਦੇ ਚਮੜੀ ਨੂੰ, ਜਿਹਦੀ ਧੌਂਕਣੀ ਹੁੰਦੀ ਸੀ ਉਹਨੂੰ ਵਾਰ ਵਾਰ ਹੱਥ ਨਾਲ ਦਬਾ ਕੇ ਅੱਗ ਦਿੱਤੀ ਜਾਂਦੀ ਸੀ ਭੱਠੀ ਨੂੰ। ਤੋ ਸ਼ਬਦ ਭਉ ਖੱਲਾ ਹੈ, ਖੱਲਾਂ ਨਹੀਂ ਹੈ, ਬਿੰਦੀ ਲਾ ਕੇ ਨਹੀਂ ਬੋਲਣਾ ਇਹਨੂੰ। ਸਾਧ ਸੰਗਤ ਜੀਓ, ਵਿਚਾਰਾਂ ਡੂੰਘੀਆਂ, ਕਈ ਦਫਾ ਬੰਦਾ ਉਕਤਾ ਵੀ ਜਾਂਦਾ ਹੈ, ਕਿਉਂਕਿ ਹਰ ਬੰਦੇ ਦੀ ਇੰਨੀ ਪਾਇਆ ਨਹੀਂ ਹੁੰਦੀ ਵੀ ਉਹ ਇਹਨਾਂ ਗੱਲਾਂ ਨੂੰ ਬਰੀਕੀਆਂ ਨੂੰ ਸਮਝੇ। ਉਹਨਾਂ ਤੋਂ ਮੁਆਫੀ ਹੈ ਚਾਹੁੰਦਾ ਦਾਸਰਾ।
ਥੋੜ੍ਹੀ ਜਿਹੀ ਹਲਕੀ ਫੁਲਕੀ ਗੱਲ ਵੀ ਕਰ ਲੈਂਦੇ ਇਤਿਹਾਸ ਦੀ। ਇੱਕ ਦਿਨ ਗਰੁੱਪ ਵਿੱਚ ਜ਼ਿਕਰ ਚੱਲਿਆ ਸੀ ਵੀ ਭਾਈ ਗੁਰਦਾਸ ਕੌਣ ਹੈ, ਕਿੰਨੇ ਹੈ। 4 ਗੁਰਦਾਸ ਹੋਏ ਹੈ ਸਿੱਖ ਇਤਿਹਾਸ 'ਚ। ਇੱਕ ਤਾਂ ਭਾਈ ਗੁਰਦਾਸ ਜੀ ਜਿਹਨੇ ਇਹ ਗੁਰਬਾਣੀ ਦੀ ਕੁੰਜੀ ਰਚਨਾਵਾਂ ਲਿਖੀਆਂ, ਜਿਹਦਾ ਆਪਾਂ ਅਕਸਰ ਹਵਾਲਾ ਦਿੰਦੇ ਹਾਂ। ਦੂਜਾ ਭਾਈ ਗੁਰਦਾਸ ਹੋਏ ਹੈ 9ਵੇਂ ਗੁਰੂ ਦੇ ਸਿੱਖ ਅਤੇ 10ਵੇਂ ਦੇ ਚੌਰ ਬਰਦਾਰ ਭਾਈ ਕੀਰਤਨੀਆ ਜੀ ਸੀ, ਉਹਨਾਂ ਦੇ ਪਿਤਾ ਜੀ ਸੀ, ਉਹਦਾ ਨਾਮ ਗੁਰਦਾਸ ਸੀਗਾ। 9ਵੇਂ ਦੇ ਸਿੱਖ, 10ਵੇਂ ਦੇ ਚੌਰ ਬਰਦਾਰ ਭਾਈ ਕੀਰਤਨੀਆ ਜੀ ਸੀ, ਉਹਨਾਂ ਦੇ ਪਿਤਾ ਜੀ ਦਾ ਨਾਮ ਭਾਈ ਗੁਰਦਾਸ ਸੀਗਾ। ਇਹ ਆਉਂਦਾ ਜ਼ਿਕਰ ਇਤਿਹਾਸ 'ਚ। ਤੀਜੇ ਭਾਈ ਗੁਰਦਾਸ ਹੋਏ ਹੈ ਬਹਿਲੋ ਦੀ ਵੰਸ਼ 'ਚੋਂ, ਭਾਈ ਬਹਿਲੋ ਤੋਂ। ਇਹ ਰਾਮ ਰਾਏ ਦੇ ਨਾਲ ਦਿੱਲੀ ਗਏ ਸੀ। ਹਾਲਾਂਕਿ ਰਾਮ ਰਾਏ ਨੂੰ ਫਿਰ ਗੁਰੂ ਸਾਹਿਬ ਦਾ ਹੁਕਮ ਹੋ ਗਿਆ ਸੀ ਵੀ ਤੇ ਮੱਥਾ ਨਹੀਂ ਲੱਗਣਾ, ਗੁਰਬਾਣੀ ਦੀ ਤੁਕ ਪਲਟੀ ਹੈ। ਮਿੱਟੀ ਮੁਸਲਮਾਨ ਕੀ ਨੂੰ ਮਿੱਟੀ ਬੇਈਮਾਨ ਕੀ ਕਹਿਤਾ ਸੀ, ਔਰੰਗਜ਼ੇਬ ਦੀ ਖੁਸ਼ਨੂਦੀ ਕਰਨ ਖਾਤਰ। ਆਪ ਤਾਂ ਜਗੀਰ ਲੈ ਲਈ ਦੇਹਰਾਦੂਨ, ਲੇਕਿਨ ਗੁਰੂ ਘਰ ਤੋਂ ਨਿਕਾਲਾ ਮਿਲ ਗਿਆ ਫਿਰ ਉਹਨੂੰ। ਪਰ ਹੁਣ ਇਹ ਵਿਡੰਬਣਾ ਹੈ ਸਾਡੀ ਵੀ ਕਾਫੀ ਲੋਕ ਹੁਣ ਵੀ ਉਹਨੂੰ ਆਪਣਾ ਗੁਰੂ ਮੰਨਦੇ ਹੈ। ਦਾਸਰੇ ਦੇ ਲਾਗ ਇੱਕ ਪਿੰਡ ਹੈ ਸੋਤਲ ਬਾਬਾ ਕਹਿੰਦੇ ਉਹਨੂੰ, ਉੱਥੇ ਨਾ ਪਰਜਾਪਤਾਂ ਦੇ ਘਰ ਹੈ ਖਾਸੇ ਘੁਮਾਰਾਂ ਦੇ, ਮੇਰਾ ਖਿਆਲ 20-25 ਦੇ ਕਰੀਬ। ਉਹ ਸਾਰੇ ਦੇਹਰਾਦੂਨ ਵਾਲੇ ਨੂੰ ਆਪਣਾ ਗੁਰੂ ਮੰਨਦੇ ਰਾਮ ਰਾਏ ਨੂੰ, ਪਰ ਉਹਨਾਂ ਨੂੰ ਸਮਝਾਏ ਤੋਂ ਵੀ ਨਹੀਂ ਉਹ ਸਮਝਦੇ ਹੈ। ਔਰ ਇੱਧਰ ਧਮੋਟ ਵੱਲ ਦੇ ਵੀ ਕਈ ਪਿੰਡਾਂ ਵਿੱਚ ਉਹਨਾਂ ਦੇ ਅਨੁਆਈ ਹੈ ਬਾਬੇ ਰਾਮ ਰਾਏ ਦੇ। ਹਾਲਾਂਕਿ ਸਿੱਖੀ ਦੇ ਵਿੱਚੋਂ ਖਾਰਜ ਹੈ, ਉਹ ਆਊਟਕਾਸਟ ਹੈ। ਪਰ ਚੱਲਦਾ ਇਹ ਸਿੱਖ ਕੌਮ ਨੂੰ ਵੀ ਬੜੀਆਂ ਭ੍ਰਾਂਤੀਆਂ ਪਈਆਂ ਹੋਈਆਂ। ਜਿਵੇਂ ਦਾਸਰੇ ਦੇ ਪਿੰਡਾਂ ਵੱਲ ਇੱਕ ਡੇਰਾ ਹੈ ਦਾਊਂ ਦਾ, ਚੰਡੀਗੜ੍ਹ ਦੇ ਰਸਤੇ 'ਚ ਆਉਂਦਾ, ਖਰੜ ਚੰਡੀਗੜ੍ਹ ਦੇ ਵਿਚਕਾਰ ਦਾਊਂ। ਦਾਊਂ ਸਾਹਿਬ ਵੀ ਕਹਿੰਦੇ ਕੁਛ ਲੋਕ ਉਹਨੂੰ। ਮੇਲਾ ਭਰਦਾ, ਬਹੁਤ ਇਕੱਠ ਵੀ ਹੁੰਦਾ। ਜੇ ਕਿਸੇ ਨੂੰ ਪੁੱਛੀਏ ਵੀ ਤੁਸੀਂ ਉੱਥੇ ਕਾਹ ਵਾਸਤੇ ਜਾਂਦੇ, ਉੱਥੇ ਤਾਂ ਸਮਾਧਾਂ ਦੀ ਪੂਜਾ ਕਰਦੇ ਤੁਸੀਂ ਜਾ ਕੇ, ਤਾਂ ਕੋਈ ਜਵਾਬ ਨਹੀਂ। ਕਹਿੰਦੇ ਜੀ ਅਸੀਂ ਤਾਂ, ਸਾਡੀ ਤਾਂ ਮੱਝ ਦੁੱਧ ਨਹੀਂ ਸੀ ਦਿੰਦੀ, ਅਸੀਂ ਤਾਂ ਦੁੱਧ ਲੈ ਕੇ ਜਾਂਦੇ ਉੱਥੇ। ਐਸੀਆਂ ਦੀ ਗੱਲਾਂ ਜੋੜੀਆਂ ਹੋਈਆਂ, ਜਿਵੇਂ ਫੱਤੇ ਦੇ ਨਾਲ ਜੋੜੀਆਂ ਹੋਈਆਂ ਤਰਨ ਤਾਰਨ ਦੇ ਏਰੀਏ 'ਚ। ਉਹ ਫੱਤਾ ਜਿਹਨੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦੇ ਵਿੱਚ ਵੀ ਰੋਲ ਅਦਾ ਕਰਿਆ ਸੀ, ਉਹਦੀ ਸਮਾਧ ਦੇ ਉੱਤੇ ਖੀਰਾਂ ਚੜ੍ਹਦੀਆਂ, ਦੁੱਧ ਚੜ੍ਹਦਾ। ਇਸ ਤਰ੍ਹਾਂ ਹੀ ਦਾਊਂ ਹੁੰਦਾ। ਤੋ ਦਾਊਂ ਦਾ ਇਤਿਹਾਸ ਇਹ ਹੈ ਸਾਧ ਸੰਗਤ ਜੀਓ, ਜਿਹੜੀ ਪੌਂਟਾ ਸਾਹਿਬ ਦੀ ਮੰਜੀ ਸੀਗੀ, ਉਹਦਾ ਪੀੜਾ ਸੀ ਦਾਊਂ। ਇੱਕ ਪੀੜਾ ਸੀ ਅੱਗੇ ਲਾ ਕੇ ਹਰੀਪੁਰ ਹੈ, ਫਿਰ ਦਾਊਂ ਤੋਂ 10 ਕਿਲੋਮੀਟਰ ਪਹਾੜ ਵੱਲ। ਇਹ ਪੀੜੇ ਸੀਗੇ ਛੋਟੀਆਂ। ਇੱਕ ਜਿਹੜਾ ਮੰਜੀਦਾਰ ਹੁੰਦਾ ਸੀ ਅੱਗੇ ਪੀੜੇ ਨਿਯੁਕਤ ਕਰ ਲੈਂਦਾ ਸੀਗਾ ਛੋਟੇ ਛੋਟੇ ਪਿੰਡਾਂ, ਥੋੜ੍ਹੇ ਥੋੜ੍ਹੇ ਪਿੰਡਾਂ ਦੇ ਵੀ ਉਹ ਅੱਗੇ ਪ੍ਰਚਾਰ ਪ੍ਰਸਾਰ ਕਰਨਗੇ। ਜਦੋਂ ਦੇਖਿਆ ਸੀ ਗਿਰਾਵਟ ਆਈ ਨਾ, 'ਚ ਗੁਰੂ ਸਾਹਿਬ ਨੇ ਇਹ ਫਿਰ ਮੰਜੀਆਂ ਬੰਦ ਕਰ ਦਿੱਤੀਆਂ, ਪੀੜੇ ਵੀ ਬੰਦ ਕਰ ਦਿੱਤੇ। ਪਰ ਲੋਕ ਹੁਣ ਵੀ ਮਾਨਤਾ ਕਰੀ ਜਾਂਦੇ ਉਹਨਾਂ ਦੀ ਉਸ ਤਰ੍ਹਾਂ। ਇਸ ਤਰ੍ਹਾਂ ਹੀ ਘੜੂਏ ਦੀ ਮੰਜੀ ਸੀਗੀ, ਇੱਕ ਪਿੰਡ ਘੜੂਆ ਹੈ। ਤੋ ਹੁਣ ਸਿੱਖ ਧਰਮ ਨੂੰ ਕਿਆ ਕਰਿਆ ਜਾਵੇ, ਇਹਦੇ ਵਿੱਚ ਤਾਂ ਬਹੁਤ ਅਣਹੋਣੀਆਂ ਬਾਤਾਂ ਹੋ ਰਹੀਆਂ। ਉਹਨਾਂ ਜਗ੍ਹਾ ਨੂੰ ਜਿੱਥੇ ਕੋਈ ਬਾਣੀ ਪੜ੍ਹਨ ਵਾਲਾ ਵੀ ਪੈਦਾ ਹੋ ਜਾਂਦਾ, ਸੰਤ ਹੋਵੇ ਨਾ ਹੋਵੇ, ਸੰਤ ਦਾ ਰੁਤਬਾ ਤਾਂ ਬਹੁਤ ਉੱਚਾ ਹੁੰਦਾ, ਉੱਥੇ ਵੀ ਸਾਹਿਬ ਲਾਉਣ ਲੱਗ ਗਏ ਨਾਲ। ਹਾਲਾਂਕਿ ਸਾਹਿਬ ਸ਼ਬਦ ਨਿਸ਼ਚਿਤ ਹੈ ਸਿਰਫ ਗੁਰੂ ਸਾਹਿਬਾਨਾਂ ਖਾਤਰ, ਸਾਹਿਬਜ਼ਾਦਿਆਂ ਖਾਤਰ, ਜਾਂ ਮਾਤਾਵਾਂ ਖਾਤਰ, ਜਾਂ ਕੋਈ ਗੁਰੂ ਦੇ ਬਹੁਤ ਜਿਹੜੇ ਸਿੱਖ ਸ਼ਹੀਦ ਹੋਏ ਹੈ, ਜਿਵੇਂ ਬਾਬਾ ਦੀਪ ਸਿੰਘ ਜੀ ਹੈ, ਉੱਥੇ ਜਗ੍ਹਾ ਨਾਲ ਆਪਾਂ ਸਾਹਿਬ ਲਾ ਸਕਦੇ ਹਾਂ, ਲਾਉਣਾ ਵੀ ਚਾਹੀਦਾ। ਪਰ ਜਣੇ ਕਣੇ ਦੇ ਨਾਲ ਸਾਹਿਬ ਲਾਉਣ ਲੱਗ ਗਏ। ਅਤੇ 1000-2000 ਸਾਲ ਨੂੰ ਵਿਚਾਰ ਕੇ ਦੇਖੋ ਵੀ ਕੋਈ ਪਿੰਡ ਰਹਿ ਜੂਗਾ ਸਾਹਿਬ ਤੋਂ ਬਿਨਾਂ? ਸਾਰੇ ਹੀ ਸਾਹਿਬ ਹੋ ਜਾਣੇ ਪੰਜਾਬ ਦੇ ਵਿੱਚ। ਇਹ ਰਵਾਇਤ ਠੀਕ ਨਹੀਂ ਹੈ। ਕਿਸੇ ਵੀ ਗੁਰਬਾਣੀ ਪੜ੍ਹਨੇ ਵਾਲੇ ਦੇ ਮਗਰ ਆਪਾਂ ਅਗਰ ਸਾਹਿਬ ਏਕਣ ਲਾਉਣ ਲੱਗ ਗਏ ਔਰ ਗੁਰੂ ਦੇ ਬਰਾਬਰ ਰੁਤਬਾ ਦੇਣ ਲੱਗ ਗਏ ਉਹਨੂੰ, ਭਾਵੇਂ ਕਿੱਡਾ ਵੀ ਉੱਚਾ ਹੋਵੇ, ਨਹੀਂ ਕਰਨਾ ਚਾਹੀਦਾ। ਇਸ ਕਮ ਸੇ ਕਮ ਦਾਸਰੇ ਦੀ ਹੋਛੀ ਮੱਤ ਤਾਂ ਇਹੀ ਸੋਚਦੀ। ਬਾਕੀ ਆਪ ਜੀ ਸੰਗਤ ਜੀ ਦੀ ਆਪਣੀ ਮੱਤ, ਸੰਗਤ ਨੂੰ ਕੋਈ ਕਿਆ ਉਪਦੇਸ਼ ਕਰ ਸਕਦਾ। ਤੋ ਚਲੋ ਫਿਰ ਉਹ ਜਿਹੜੇ ਭਾਈ ਗੁਰਦਾਸ ਜੀ ਦਿੱਲੀ ਗਏ ਸੀ ਨਾ ਰਾਮ ਰਾਜ ਦੇ ਨਾਲ, ਉਹਨਾਂ ਨੇ ਆ ਕੇ ਖਿਮਾ ਮੰਗੀ ਸੀ, ਗੁਰੂ ਹਜ਼ੂਰ ਆ ਗਏ ਸੀ, ਫਿਰ ਉਹ ਬਖਸ਼ੇ ਗਏ ਸੀ। ਰਾਮ ਰਾਏ ਨਹੀਂ ਆਇਆ। ਰਾਮ ਰਾਏ ਨੂੰ ਤਾਂ ਹੁਕਮ ਹੀ ਕਰਤਾ ਸੀ ਵੀ ਤੈਂ ਮੱਥੇ ਨਹੀਂ ਲੱਗਣਾ। ਹਾਲਾਂਕਿ ਗੁਰੂ ਸਾਹਿਬ ਇੰਨੇ ਦਿਆਲੂ ਕਿਰਪਾਲੂ ਹੈ ਵੀ ਜੇ ਰਾਮ ਰਾਏ ਆ ਕੇ ਮਾਫੀ ਮੰਗ ਲੈਂਦਾ ਉਹ ਵੀ ਬਖਸ਼ਿਆ ਜਾਂਦਾ। ਸਿੱਖੀ ਦਾ ਬਿਰਦ ਇਹੀ ਹੈ ਵੀ ਕਿੱਡਾ ਹੀ ਵੱਡਾ ਗੁਨਾਹਗਾਰ ਹੋਵੇ, ਅਗਰ ਉਹ ਸ਼ਰਨ ਆ ਗਿਆ ਤਾਂ ਉਹਨੂੰ ਮਾਫ ਕਰਿਆ ਜਾਂਦਾ। ਗੁਰ ਬਾਬੇ ਫਿੱਟੇ
ਇੱਕ ਸ਼ਬਦ ਆਉਂਦਾ ਗੁਰਬਾਣੀ 'ਚ ਇਸ ਤਰ੍ਹਾਂ, ਗੁਰੂ ਰਾਮਦਾਸ ਜੀ ਮਹਾਰਾਜ ਦਾ, ਵੀ ਜਿਹੜੇ ਗੁਰੂ ਨਾਨਕ ਸਾਹਿਬ ਨੇ ਫਿੱਟੇ ਸੀਗੇ, ਗੁਰੂ ਅੰਗਦ ਕੀਤੇ ਕੁੜਿਆਰੇ, ਉਹ ਗੁਰੂ ਅੰਗਦ ਦੇਵ ਜੀ ਨੇ ਵੀ ਉਹਨਾਂ ਨੂੰ ਕੁੜਿਆਰੇ ਹੀ ਮੰਨਿਆ। ਲੇਕਿਨ ਗੁਰ ਤੀਜੀ ਪੀੜ੍ਹੀ ਟਿਕਿਆ, ਜਿਹੜੇ ਗੁਰੂ ਅਮਰਦਾਸ ਜੀ ਨੇ, ਇਹ ਵਿਚਾਰਿਆ ਵੀ ਇਹਨਾਂ ਦੇ ਹੱਥ ਵੱਸ 'ਚ ਕਿਆ, ਵਿਚਾਰਿਆਂ ਦਾ ਇਹਨਾਂ ਨੇ ਗਲਤੀ ਕਰ ਲਈ, ਉਹਨਾਂ ਨੂੰ ਮਾਫ ਕਰ ਦਿੱਤਾ ਸੀ। ਇਹ ਸਿੱਖੀ ਦਾ ਬਿਰਦ ਹੈ। ਅਕਾਲ ਤਖਤ ਸਾਹਿਬ ਦਾ ਵੀ ਇਹੀ ਬਿਰਦ ਹੈ, ਜਿਹੜਾ ਸ਼ਰਨੀ ਆ ਗਿਆ ਉਹ ਮਾਫ ਹੋ ਜਾਂਦਾ, ਸੇਵਾ ਲੱਗੀ ਔਰ ਮਾਫ ਹੋ ਗਿਆ। ਤੋ ਰਾਮ ਰਾਜ ਤਾਂ ਆਇਆ ਨਹੀਂ, ਲੇਕਿਨ ਇਹ ਭਾਈ ਗੁਰਦਾਸ ਜਿਹੜੇ ਰਾਮ ਰਾਜ ਜੀ ਨਾਲ ਦਿੱਲੀ ਗਏ ਸੀਗੇ, ਉਹ ਮਾਫੀ ਉਹਨਾਂ ਨੂੰ ਹੋ ਗਈ ਸੀ। ਇੱਕ ਹੈ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਇਹ ਵਾਰ ਲਿਖੀ ਹੈ, ਬਾਬਾ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ। ਭਾਈ ਗੁਰਦਾਸ ਜੀ ਜਿਹੜੇ ਅਸਲੀ ਹੈ, ਉਹਨਾਂ ਦੀਆਂ ਵਾਰਾਂ ਦੇ ਨਾਲ ਹੀ ਇਹ ਵਾਰ ਵੀ ਸ਼ਾਮਲ ਕਰ ਦਿੱਤੀ ਹੈ। ਇਹ ਕੋਈ ਹੋਰ ਗੁਰਦਾਸ ਹੈ, ਇਹ ਗੁਰਦਾਸ ਸਿੰਘ ਹੈ, ਪਹਿਲੇ ਭਾਈ ਗੁਰਦਾਸ ਜੀ ਹੈ। ਇਹ ਦਸ਼ਮੇਸ਼ ਜੀ ਦੇ ਟਾਈਮ 'ਚ ਹੋਏ, ਕਿਉਂਕਿ ਦਸ਼ਮੇਸ਼ ਜੀ ਦੇ ਔਰ ਭਾਈ ਗੁਰਦਾਸ ਜੀ ਜਿਹੜੇ ਸੀਗੇ, ਉਹਨਾਂ ਦੇ ਸਮੇਂ ਵਿੱਚ ਤਾਂ ਬਹੁਤ ਅੰਤਰ, ਲਗਭਗ 1 ਸਦੀ ਤੋਂ ਵੱਧ ਦਾ ਅੰਤਰ। ਤੋ 5ਵੇਂ ਪਾਤਸ਼ਾਹ ਜਾਂ 6ਵੇਂ ਪਾਤਸ਼ਾਹ ਦੇ ਸਮੇਂ ਭਾਈ ਗੁਰਦਾਸ ਜੀ ਹੋਏ ਹੈ, ਔਰ 10ਵੇਂ ਪਾਤਸ਼ਾਹ ਦੇ ਸਮੇਂ ਭਾਈ ਗੁਰਦਾਸ ਸਿੰਘ ਹੋਏ, ਜਿਹਨੇ ਇਹ ਵਾਰ ਲਿਖੀ ਹੈ, ਬਾਬਾ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ। ਤੋ ਸਾਧ ਸੰਗਤ ਜੀ, ਇਹ 4 ਭਾਈ ਗੁਰਦਾਸ ਜੀ ਦਾ ਜ਼ਿਕਰ ਆਉਂਦਾ ਗੁਰਬਾਣੀ ਆਪਣੇ ਇਤਿਹਾਸ ਵਿੱਚ। ਤੋ ਕਈ ਦਫਾ ਆਪਾਂ ਨੂੰ ਟਪਲਾ ਜਿਹਾ ਵੀ ਲੱਗ ਪੈਂਦਾ ਵੀ ਕਿਹੜੇ ਭਾਈ ਗੁਰਦਾਸ ਦੀ ਗੱਲ ਹੋ ਰਹੀ ਹੈ। ਜ਼ਰੂਰ ਧਿਆਨ ਦਿਓ ਇਸ ਗੱਲ ਵੱਲ ਵੀ। ਇੱਕ ਦਿਨ ਗਰੁੱਪ 'ਚ ਵੀ ਵਿਚਾਰਾਂ ਹੋਈਆਂ ਸੀਗੀਆਂ, ਉਦੋਂ ਇਹ ਗੱਲ ਕਲੀਅਰ ਨਹੀਂ ਸੀ ਹੋਈ। ਚਲੋ ਕੋਈ ਵਿਚਾਰ ਕਰਦੇ ਹਾਂ ਸਾਧ ਸੰਗਤ ਜੀ, ਉਹ ਅਪ ਸ਼ਬਦ ਜ਼ਰੂਰ ਨਿਕਲ ਜਾਂਦਾ, ਬੰਦਾ ਭੁੱਲਣਹਾਰ ਹੈ, ਕਿਆ ਕਰ ਸਕਦਾ ਜੀਵ, ਜਿਹਨੂੰ ਉਹ ਆਪ ਭੁਲਾ ਦੇਵੇ, ਉਹਦਾ ਕੋਈ ਕਰ ਵੀ ਨਹੀਂ ਉਹ ਕੁਛ ਸਕਦਾ। ਬਸ ਇੱਕੋ ਹੀ ਗੱਲ ਹੈ ਵੀ ਮਾਫੀ ਮੰਗ ਲਓ। ਭਾਈ ਗੁਰਦਾਸ ਜੀ ਬਾਣੀ ਲਿਖਣ ਵਾਲੇ ਆਪਣੇ ਕਰ ਕਮਲਾਂ ਦੇ ਨਾਲ, ਜਦੋਂ ਗੁਰੂ ਅਰਜਨ ਦੇਵ ਜੀ ਉਚਾਰਨ ਕਰ ਰਹੇ ਸੀਗੇ, ਭਾਈ ਗੁਰਦਾਸ ਜੀ ਲਿਖ ਰਹੇ ਸੀ। ਐਡੀ ਉੱਚੀ ਸ਼ਖਸੀਅਤ, ਬ੍ਰਹਮ ਗਿਆਨ ਦੀ ਅਵਸਥਾ, ਗਲਤੀ ਤਾਂ ਉਹਨਾਂ ਕੋਲੋਂ ਵੀ ਮਹਾਰਾਜ ਨੇ ਕਰਵਾਤੀ ਸੀ ਜਦ ਘੋੜੇ ਖਰੀਦਣ ਗਏ ਹੈ। ਹਾਲਾਂਕਿ ਕਈ ਲੋਕ ਇਸ ਗੱਲ ਦਾ ਖੰਡਨ ਵੀ ਕਰੀ ਜਾਂਦੇ, ਉਹ ਮੰਨਦੇ ਹੀ ਨਹੀਂ ਇਤਿਹਾਸ ਨੂੰ, ਉਹਨਾਂ ਬਾਰੇ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ। ਲੇਕਿਨ ਭਾਈ ਗੁਰਦਾਸ ਜੀ ਨੂੰ ਵੀ ਥੋੜ੍ਹੀ ਜਿਹੀ ਕਿਤੇ ਮੈਂ ਆ ਗਈ, ਗੁਰੂ ਸਾਹਿਬ ਨੇ ਆਪਣੀ ਕਲਾ ਦਿਖਾਤੀ। ਲਿਖਿਆ ਨਾ ਭਾਈ ਗੁਰਦਾਸ ਜੀ ਨੇ ਵੀ ਜੇ ਗੁਰੂ ਕੋਈ ਸਵਾਂਗ ਉਤਾਰਦਾ ਹੈ ਤਾਂ ਸਿੱਖ ਸਿਦਕ ਨਹੀਂ ਹਾਰਨਾ ਚਾਹੀਦਾ ਉਹਨੂੰ। ਲੇਕਿਨ ਗੁਰੂ ਸਾਹਿਬ ਨੇ ਸਮਝਾਇਆ ਵੀ ਗੁਰੂ ਦਾ ਸਿੱਖ ਵਿਚਾਰਾ ਕਿਆ ਕਰ ਸਕਦਾ ਹੈ। ਜੇ ਗੁਰੂ ਆਪਣੀ ਕਲਾ ਵਰਤਾ ਦੇ ਤਾਂ ਗੁਰੂ ਦਾ ਸਿੱਖ ਤਾਂ ਬੇਵੱਸ ਹੋ ਜਾਂਦਾ। ਫਿਰ ਇਸੀ ਕਰਕੇ ਜਿਹੜਾ ਸਿੱਖ ਹੈ ਉਹ ਸਿੱਖ ਹੈ, ਹਮੇਸ਼ਾ ਹੀ ਗੁਰੂ ਦੀ ਸ਼ਰਨ 'ਚ ਰਹਿਣਾ ਬਣਦਾ ਵਾ। ਇੱਥੋਂ ਤੱਕ ਵੀ ਹੈ, ਜੇ ਗੁਰਸਿੱਖ ਇਕੱਠੇ ਹੋ ਕੇ ਸੰਗਤ ਦੇ ਰੂਪ 'ਚ ਗੁਰੂ ਸਾਹਿਬ ਨੂੰ ਕੋਈ ਗੱਲ ਕਹਿੰਦੇ ਸੀ, ਗੁਰੂ ਸਾਹਿਬ ਮੰਨ ਲੈਂਦੇ ਸੀਗੇ। ਸੰਗਤ ਨੂੰ ਵਡਿਆਈ ਦਿੱਤੀ ਹੋਈ ਹੈਗੀ ਹੈ, ਪਰ ਇਕੱਲੇ ਤੇ ਇਕੱਲੇ ਸਿੱਖ ਤਾਂ ਹਮੇਸ਼ਾ ਹੀ ਗਲਤੀ ਕਰਨ ਵਾਸਤੇ, ਗਲਤੀ ਹੋ ਸਕਦੀ, ਸੁਭਾਵਿਕ ਹੈ, ਬੰਦਾ ਭੁੱਲਣਹਾਰ ਜੋ ਹੈ। ਜਦੋਂ ਚੰਦੂ ਦੇ ਰਿਸ਼ਤੇ ਦੀ, ਲੜਕੇ ਦੀ ਗੱਲ ਹੋਈ ਸੀ ਨਾ, ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਨਾਲ ਹੋ ਗਿਆ ਸੀ ਰਿਸ਼ਤਾ। ਚੰਦੂ ਦਿੱਲੀ ਉੱਚੀਆਂ ਗੱਲਾਂ ਕਰਦਾ ਸੀ, ਕਿਉਂਕਿ ਸਰਕਾਰੀ ਦਰਬਾਰੇ ਦੀਵਾਨ ਸੀਗਾ ਉਹ। ਤਾਂ ਦਿੱਲੀ ਦੇ ਸਿੱਖਾਂ ਨੇ ਆ ਕੇ ਬੇਨਤੀ ਕਰੀ ਸੀ ਗੁਰੂ ਮਹਾਰਾਜ ਨੂੰ ਵੀ ਮਹਾਰਾਜ ਇਹ ਰਿਸ਼ਤਾ ਠੀਕ ਨਹੀਂ ਹੈ। ਉਹ ਤਾਂ ਕਹਿੰਦਾ ਜੀ ਚਵਾਰੇ ਦੀ ਇੱਟ ਮੋਰੀ ਨੂੰ ਲਗਾਇਆ ਆ, ਆਪਣੇ ਆਪ ਨੂੰ ਚਵਾਰਾ ਦੱਸਦਾ, ਤੁਹਾਡੇ ਗੁਰੂ ਘਰ ਨੂੰ ਐਡੇ ਉੱਚੇ ਨੂੰ ਉਹ ਮੋਰੀ ਦੱਸਦਾ। ਤਾਂ ਗੁਰੂ ਸਾਹਿਬ ਨੇ ਉਹ ਰਿਸ਼ਤਾ ਤੋੜਤਾ ਸੀਗਾ ਸੰਗਤ ਦੇ ਕਹੇ ਤੋਂ। ਸੰਗਤ ਨੂੰ ਹਮੇਸ਼ਾ ਇੱਕ ਹੀ ਵਿਸਵੇ ਰੱਖਿਆ ਗੁਰੂ ਨੇ, ਲੇਕਿਨ ਇਕੱਲਾ ਤਾਂ ਇਕੱਲਾ ਸਿੱਖ ਦੇ ਵਿੱਚ ਗੁੰਜਾਇਸ਼ ਹੁੰਦੀ ਹੈ ਵੀ ਕਿਤੇ ਨਾ ਕਿਤੇ ਗਲਤੀ ਕਰ ਬੈਠੇ ਹੋ। ਇਸ ਤਰ੍ਹਾਂ ਦੀ ਉਹ ਬਾਤ ਇਤਿਹਾਸ ਦੇ ਵਿੱਚ ਬਾਬਾ ਬੁੱਢਾ ਜੀ ਬਾਰੇ 'ਚ ਵੀ ਆਉਂਦੀ ਹੈ, ਜਦੋਂ ਮੁਰਦਾ ਖਾਣ ਨੂੰ ਕਿਹਾ ਸੀਗਾ। ਆਪ ਜੀ ਜਾਣੂ ਹੈ ਸਾਰੇ ਵਿਚਾਰ, ਵਾਰ-ਵਾਰ ਕਰਨੀ ਠੀਕ ਨਹੀਂ ਲੱਗਦੀ। ਤੋ ਸੰਗਤ ਕਦੇ ਵੀ ਗਲਤ ਨਹੀਂ ਹੁੰਦੀ, ਲੋਕ ਹਮੇਸ਼ਾ ਗਲਤ ਹੀ ਹੁੰਦੇ ਲਗਭਗ। ਹੁਣ ਅੱਜ ਕੱਲ੍ਹ ਕਿਆ ਹੈ, ਡੈਮੋਕ੍ਰੇਸੀ ਹੈ। ਜੇ ਇਹਦਾ ਆਪਾਂ ਲਾਈਟ ਵੇਜ ਲਈਏ ਤਾਂ ਡੈਮਨ ਹੁੰਦਾ ਹੈ ਭੂਤ, ਉਹ ਭੂਤਾਂ ਦਾ ਘਰ ਬਣਿਆ ਹੋਇਆ। ਦੇਖਦੇ ਨਹੀਂ ਆਪਾਂ ਕਿਵੇਂ ਹੂਰੇ ਮੁੱਕੇ ਚੱਲਦੇ ਆ, ਅੰਦਰ ਗਾਲੀ ਗਲੋਚ ਹੁੰਦੀ ਹੈ, ਲੋਕ ਸਭਾ 'ਚ ਵੀ, ਵਿਧਾਨ ਸਭਾਵਾਂ 'ਚ ਵੀ, ਪੱਗਾਂ ਤੱਕ ਵੀ ਉਤਾਰੀਆਂ ਜਾਂਦੀਆਂ ਇੱਕ ਦੂਜੇ ਦੀ। ਕਾਹਦੀ ਡੈਮੋਕ੍ਰੇਸੀ ਹੈ? ਲੋਕਾਂ ਦਾ ਰਾਜ ਹੋ ਗਿਆ। ਗੁਰਬਾਣੀ ਲੋਕਾਂ ਦੇ ਰਾਜ ਨੂੰ ਨਹੀਂ ਕਹਿੰਦੀ, ਗੁਰਬਾਣੀ ਫਰਮਾਉਂਦੀ ਹੈ ਵੀ ਜਿਹੜਾ ਹਲੀਮੀ ਰਾਜ ਕੁਆਲਿਟੀ 'ਤੇ ਬੇਸਡ ਹੋਵੇ, ਕੁਆਂਟਿਟੀ ਦਾ ਕੋਈ ਮਤਲਬ ਨਹੀਂ ਹੈ। ਡੈਮੋਕ੍ਰੇਸੀ ਵਿੱਚ ਸਿਰ ਗਿਣੇ ਜਾਂਦੇ ਆ, ਜਦ ਕਿ ਗੁਰਮਤ ਦਾ ਮਾਰਗ ਇਹ ਹੈ ਵੀ ਇੱਥੇ ਸਿਰਾਂ ਦੀ ਕੋਈ ਮਹਿਮਾ ਨਹੀਂ ਗਿਣਤੀ ਦੀ,
ਸਿਰਫ ਸਿਰ ਦੇ ਅੰਦਰ ਜੋ ਕੁਝ ਹੈ, ਜਿਹਦੇ ਅੰਦਰ ਨਾਮ ਚੱਲਦਾ ਉਹਦੀ ਵਡਿਆਈ। ਇੱਕ ਗੁਰਸਿੱਖ ਦੀ ਵਡਿਆਈ ਹੈ, ਗੁਣਾਂ ਵਾਲੇ ਦੀ, ਨਾ ਕਿ ਸਾਰੇ ਸਿੱਖਾਂ ਦੀ ਜਿਹੜੇ ਜਿੱਕਣ ਗਿਣਤੀ ਅੱਜ ਕੱਲ੍ਹ ਦੇ ਵਿੱਚ ਚੱਲਦੀ ਹੈ ਡੈਮੋਕ੍ਰੇਸੀ ਵਿੱਚ। ਤਾਂ ਚਲੋ ਹੁਣ ਇਹਨੂੰ ਆਪਾਂ ਇਕੱਲਾ ਤਾਂ ਕੁਝ ਕਰ ਨਹੀਂ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਇਹੀ ਚੀਜ਼ ਹੋ ਗਈ, ਉੱਥੇ ਵੀ ਸਿਰ ਗਿਣੇ ਜਾਂਦੇ ਵੋਟਾਂ ਪੈਂਦੀਆਂ ਸਿੱਖਾਂ ਦੀਆਂ। ਤਾਂ ਸਿੱਖ ਸ਼ਰਾਬ ਕਬਾਬ ਕਿਆ ਕੁਝ ਨਹੀਂ ਕਰਦੇ, ਆਪਾਂ ਨੂੰ ਤਸਲੀਮ ਕਰਨਾ ਚਾਹੀਦਾ। ਖਾਸ ਕਰਕੇ ਸਭ ਤੋਂ ਵੱਧ ਸ਼ਰਾਬ ਸਿੱਖ ਪੀਂਦੇ ਹਿੰਦੁਸਤਾਨ ਦੇ ਵਿੱਚ, ਜਿਹੜੀ ਕਿ ਵਰਜਿਤ ਹੈ। ਹੋਰ ਨਸ਼ੇ ਵੀ ਕਰਦੇ ਹੈ। ਔਰ ਵਿਡੰਬਣਾ ਇਹ ਹੈ ਵੀ ਸ਼੍ਰੋਮਣੀ ਕਮੇਟੀ ਦੇ ਜਿੱਤਣ ਵਾਲੇ ਉਮੀਦਵਾਰ ਵੰਡਦੇ ਵੀ ਹੈ ਇਹ ਨਸ਼ੇ। ਦੱਸਦੇ ਨੂੰ ਪਰਸਨਲ ਵੀ ਪਤਾ ਇਹਨਾਂ ਚੀਜ਼ਾਂ ਦਾ। ਤੋ ਜਿਹੜੇ ਬੰਦੇ ਨਸ਼ਾ ਵੰਡ ਕੇ ਵੋਟਾਂ ਜਿੱਤਣਗੇ, ਉਹ ਅੱਗੇ ਆਪਾਂ ਉਹਨਾਂ ਤੋਂ ਕਿਆ ਤਵੱਕੋ ਕਰ ਸਕਦੇ ਹਾਂ ਵੀ ਉਹ ਚੰਗਾ ਧਰਮ ਦਾ ਕੰਮ ਕਰਨਗੇ ਕੋਈ। ਔਰ ਉਹੀ ਕੁਝ ਹੋ ਰਿਹਾ। ਸ਼੍ਰੋਮਣੀ ਕਮੇਟੀ ਐਸੇ ਹੱਥਾਂ ਵਿੱਚ ਗਈ ਹੋਈ ਹੈ, ਰੱਬੇ ਰੱਖਾ ਹੈ ਸਿੱਖੀ ਦਾ। ਚਲੋ ਇਹ ਗੱਲਾਂ ਆ ਜਾਂਦੀਆਂ ਕਈ ਵਾਰ ਚਲਦੇ ਚਲਾਉਂਦੇ, ਮਹਾਰਾਜ ਬਖਸ਼ ਲਵੇ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।